एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह। भूल छिमो हमरी प्रभापन, भूलनहार कहाँ को मोसो। भूल छिमो हमरी प्रभापन, भूलनहार कहाँ को मोसो। हवाए बंदगी अवुर्द दर वजूद मरा, वगरना ज़ौके चुनी आमदन नमूद मरा। धन धन गुरु ग्रंथ साहब जी, धन गुरु नानक साहब हजूर। किरपा करनी महाराज, किरपा करनी पातशाह दरवेश। आप दी हजूरी विच शब्द विचार होए, सुरत और शब्द दी कमाई दी किरपा नज़र रखनी है साहिब जी। चढ़दा होया बोलिया पैज रखना अपने नाम की। वाहिगुरू जी का खालसा, वाहिगुरू जी की फतेह। असी सिद्ध गोश्त दी बाणी दी विचार कुछ वेले तो कर रहे हैं। सिद्धा और गुरु नानक साहब दे विच दे जिहड़ी वार्तालाप है, यह अलौकिक दृष्टि तो एक इहो जी विचार है जिहड़ी पार ब्रह्म दी गल्लां करदी है, ब्रह्म ज्ञान दी गल विचारदी है। दुनिया दे तत्त दा ज्ञान सानू समझांदी है। गुरु साहब ने इस बाणी नू सिद्ध गोश्त का नाम दिता है। सिद्धां दे विच और गुरु नानक दे विच दा ज्ञान, और सिद्ध गोश्त की विचार का एक अर्थ ब्रह्म ज्ञान भी है। इस सृष्टि का सिद्ध निरंकार आप है, और उहदे नाल गोष्ठी का भाव है कि उहदे नाल सुरत नूं जोड़ लेना, उहदा ज्ञान प्राप्त हो जाना। इस पदे विच बड़ी निरालियां गल्लां कीतियां हन। मैनूं दुख क्यों होंदा है, दुख का कारण की है, कित्थों टुट गया हाँ मैं, किवें मैं जुड़ सकदा हाँ, जीवन नूं मैं किवें संभाल सकदा हाँ अपने। हजूर दी किरपा होए, कोई दृष्टि कोई नज़र होए महाराज दी, असी इस बाणी दी विचार राही अपने मन नूं बदल सकीए, ब्रह्म ज्ञान दी गल वल मन नूं टोर सकीए, या जिवें गुरु नानक साहब सानू समझाते रहन शब्द वल मन नूं मोड़ सकीए। कोई वीर भैन इस पदे नूं पढ़दे, फिर असी इहदी विचार विच उतरदे हां। वाहिगुरू जी का खालसा, वाहिगुरू जी की फतेह। धन्यवाद। वाहिगुरु जी क्या भविए सच सूचा होए, साच शब्द बिन मुकत ना कोए। रहाओ कुबुद चवावै सो कित ठाए, क्यों तत न बूझै चोटां खाए। जमदर बादे कोई न राखै, बिन शब्दै नाहीं पत साखै। क्यों कर बूझै पावै पार, नानक मनमुख ना बुझै गवार। कुबुद मिटै गुर शब्द विचार, सतगुर भेटै मोख द्वार। तत न चीनै मन मुख जल जाए, दुनुमत विचुड़ चोटां खाए।
ਮਾਨੈ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਾਹ ਪਾਵੈ ਮਾਨ। ਧੰਨਵਾਦ ਮਹਾਰਾਜ। ਜੀਵਨ ਦੀ ਕੁਝ ਗੱਲਾਂ ਕੁਝ ਹੀ ਲੋਕ ਸਾਨੂੰ ਸਮਝਾ ਸਕਦੇ ਹਨ। ਕੁਝ ਚੀਜ਼ਾਂ ਦਾ ਜਵਾਬ ਦੁਨੀਆ ਵਿੱਚ ਦੁਰਲਭ ਹੈ, ਬੜਾ ਮੁਸ਼ਕਿਲ ਮਿਲਦਾ ਹੈ। ਅਸੀਂ ਕਿਸ ਕਾਰਨ ਭਟਕ ਰਹੇ ਹਾਂ, ਕਿਸ ਕਾਰਨ ਇੱਕ ਚੇਂਜ ਤੋਂ ਦੂਸਰੇ ਚੇਂਜ ਵਿੱਚ, ਇੱਕ ਬਦਲਾਵ ਤੋਂ ਦੂਸਰੇ ਬਦਲਾਵ ਵਿੱਚ ਜੀਵਨ ਬਹਿ ਰਿਹਾ ਹੈ। ਜੀਵਨ ਵਿੱਚ ਸਥਿਰਤਾ ਨਾ ਹੋਣ ਕਰਕੇ ਜੀਵਨ ਵਿੱਚ ਕੀ ਲੱਛਣ ਹਨ? ਜੀਵਨ ਨੂੰ ਕਿਵੇਂ ਜਾਣ ਸਕਦਾ ਹਾਂ ਮੈਂ? ਜੀਵਨ ਨੂੰ ਕਿਵੇਂ ਸਮਝ ਸਕਦਾ ਹਾਂ ਮਹਾਰਾਜ? ਪਿਛਲੇ ਪਦੇ ਵਿੱਚ ਸਾਹਿਬ ਨੇ ਸਹਿਜ ਦੀ ਗੱਲ ਕੀਤੀ ਸੀ। ਇੱਕ ਮਨ ਦੀ ਇਹੋ ਜਿਹੀ ਅਵਸਥਾ ਜਿੱਥੇ ਸਭ ਕੁਝ ਹੈ, ਇੱਕ ਸ਼ਾਂਤੀ ਹੈ, ਇੱਕ ਨਾ ਕਰਨੇ ਵਿੱਚ ਸਟੇਬਿਲਿਟੀ ਹੈ, ਬ੍ਰਹਮ ਦਾ ਗਿਆਨ ਹੈ। ਇਹ ਹਜ਼ੂਰ ਕਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ? ਬ੍ਰਹਮ ਗਿਆਨ ਦੀ ਗੱਲ ਵਿੱਚ ਸਾਨੂੰ ਟੋਰਦੇ ਹਨ। ਆਪਣਾ ਮਨ ਸਾਡੇ ਨਾਲ ਸਾਂਝਾ ਕਰ ਰਹੇ ਹਨ। ਜਦੋਂ ਗੁਰੂ ਦਾ ਮਨ ਸਿੱਖ ਨਾਲ ਮਿਲ ਜਾਏ ਤਾਂ ਸਿੱਖ ਜੁੜ ਜਾਂਦਾ ਹੈ, ਉਸ ਨੂੰ ਗਿਆਨ ਹੋ ਜਾਂਦਾ ਹੈ। ਗੁਰੂ ਦੀ ਮੱਤ ਉਹਨੂੰ ਰਾਹੇ ਪਾ ਦਿੰਦੀ ਹੈ। ਇੱਕ ਠਹਿਰਾਓ ਮਿਲ ਜਾਂਦਾ ਹੈ ਮਨ ਨੂੰ। ਇਸ ਠਹਿਰਾਓ ਨੂੰ ਅਸੀਂ ਕਿਸ ਤਰ੍ਹਾਂ ਜਾਣੀਏ, ਕਿਸ ਤਰ੍ਹਾਂ ਸਮਝੀਏ, ਕਿਸ ਤਰ੍ਹਾਂ ਇਹਦੀ ਵਿਚਾਰ ਮਨ ਵਿੱਚ ਉਤਾਰੀਏ, ਇਹ ਦੇਖਣਾ ਹੈ। ਮਨ ਕਈ ਵਾਰ ਖਲੋਂਦਾ ਨਹੀਂ ਹੈ, ਭਟਕਦਾ ਹੈ, ਪਰ ਕਿਵੇਂ ਇਹ ਠਹਿਰ ਸਕਦਾ ਹੈ? ਇਹਦਾ ਕਿਹੜਾ ਗਿਆਨ ਸਾਨੂੰ ਮਿਲ ਜਾਏ ਤਾਂ ਅਸੀਂ ਗੁਰੂ ਦੇ ਰੂਪ ਨਾਲ ਬੰਨੇ ਜਾਂਦੇ ਹਾਂ। ਇਹ ਚੀਜ਼ਾਂ ਵਿਚਾਰਨੀਆਂ ਹਨ। ਇਸ ਪਦੇ ਵਿੱਚ ਸਾਹਿਬ ਨੇ ਸਾਨੂੰ ਮਾੜੀ ਬੁੱਧ ਦੀ ਗੱਲ ਕੀਤੀ ਹੈ। ਪਹਿਲੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਹਨ, ਖੁਬੁਦ ਚਵਾਵੇ ਸੋ ਕਿਤ ਠਾਏ। ਇਹ ਲੱਗਦਾ ਹੈ ਜਿਵੇਂ ਸਿੱਧਾਂ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਦੀ ਵਾਰਤਾਲਾਪ ਫਿਰ ਆਰੰਭ ਹੋ ਗਈ ਹੈ। ਪ੍ਰਸ਼ਨ ਫਿਰ ਉੱਠ ਗਏ ਹਨ। ਪ੍ਰਸ਼ਨ ਹੈ, ਕੁਬੁੱਧ ਚਬਾਵੇ, ਮਾੜੀ ਬੁੱਧ, ਉਹ ਬੁੱਧ ਜਿਹੜੀ ਮੈਨੂੰ ਦੁੱਖ ਦੇਗੀ, ਉਹ ਬੁੱਧੀ ਜਿਹੜੀ ਮੈਨੂੰ ਆਪਣੇ ਹੋਂਦ ਤੋਂ ਤੋੜ ਕੇ ਆਪਣੇ ਹੰਕਾਰ ਨਾਲ ਜੋੜ ਦੇਗੀ। ਇਹ ਕੁਬੁੱਧ ਚਬਾਵੇ, ਇਹਨੂੰ ਖਤਮ ਕਰਨਾ ਹੈ। ਉਹ ਕਿੱਥੇ, ਉਹ ਕਿਹੜਾ ਥਾਂ ਹੈ, ਕਿਹੜਾ ਸਥਾਨ ਹੈ, ਕਿਹੜੀ ਵਿਧੀ ਹੈ, ਕਿਹੜਾ ਮੈਥਡ ਹੈ ਜਿਸ ਨਾਲ ਇਹ ਖਤਮ ਹੋ ਸਕਦੀ ਹੈ? ਕੁਬੁੱਧ ਚਬਾਵੇ ਸੋ ਕਿਤ ਠਾਏ। ਮਹਾਰਾਜ ਦਾ ਇਹ ਬਚਨ ਸਾਨੂੰ ਬਹੁਤ ਕੁਝ ਦੱਸਦਾ ਹੈ। ਇਹ ਆਪਣੀ ਬੁੱਧ ਦੇ ਕਾਰਨ ਮੈਂ ਝੋਟਾ ਖਾ ਰਿਹਾ ਹਾਂ। ਇਹ ਆਪਣੀ ਮਾੜੀ ਬੁੱਧੀ ਦੇ ਕਾਰਨ ਮੈਂ ਗੁਆਚਿਆ ਹੋਇਆ ਹਾਂ, ਔਰ ਇਸੇ ਦੇ ਕਾਰਨ ਮੈਂ ਦੁਨੀਆ ਵਿੱਚ ਭਟਕਦਾ ਹਾਂ। ਸੰਸਕਾਰਾਂ ਦੇ ਰਾਹੀਂ, ਕਰਮਾਂ ਦੇ ਰਾਹੀਂ, ਜਨਮਾਂ ਦੇ ਰਾਹੀਂ, ਚੇਂਜ ਦੇ ਰਾਹੀਂ ਮੈਂ ਇੱਕ
ਅਵਸਥਾ ਤੋਂ ਦੂਸਰੀ ਅਵਸਥਾ ਵਿੱਚ ਟੁਰਦਾ ਹੀ ਰਹਿੰਦਾ ਹਾਂ। ਲੱਗਦਾ ਤਾਂ ਹੈ ਜਿਵੇਂ ਮੈਂ ਕੰਟਰੋਲ 'ਚ ਹਾਂ, ਲੱਗਦਾ ਹੈ ਜਿਵੇਂ ਮੈਂ ਕਰ ਰਿਹਾ ਹਾਂ, ਪਰ ਇਹ ਗੱਲ ਸਮਝ ਨਹੀਂ ਆ ਰਹੀ ਹੈ। ਜੇ ਮੈਂ ਕਰ ਰਿਹਾ ਹਾਂ ਤਾਂ ਫਿਰ ਮੈਂ ਆਪਣੇ ਆਪ ਨੂੰ ਕਿਉਂ ਦੁੱਖ ਦੇਈ ਜਾ ਰਿਹਾ ਹਾਂ। ਅਗਲੀ ਪੰਕਤੀ ਵਿੱਚ ਇਹੀ ਚੀਜ਼ ਸਿੱਧ ਫਿਰ ਪੁੱਛਦੇ ਹਨ, ਕਿਉਂ ਤਤ ਨਾ ਬੁੱਝੇ ਝੋਟਾ ਖਾਏ। ਇਨਸਾਨ ਕਿਉਂ ਨਹੀਂ ਬੁੱਝ ਪਾਉਂਦਾ ਕਿ ਜੀਵਨ ਦਾ ਤੱਤ ਕੀ ਹੈ। ਸੋ ਮੈਨੂੰ ਇਹ ਗਿਆਨ ਨਹੀਂ ਪ੍ਰਾਪਤ ਹੋ ਰਿਹਾ। ਅਗਲੀ ਪੰਕਤੀ ਵਿੱਚ ਸਾਹਿਬ ਇਸੇ ਗੱਲ ਨੂੰ ਅੱਗੇ ਕਰਦੇ ਹਨ, ਕਿਉਂ ਤਤ ਨਾ ਬੁੱਝੇ ਝੋਟਾ ਖਾਏ। ਕੀ ਕਾਰਨ ਹੈ ਇਨਸਾਨ ਤੱਤ ਨੂੰ ਨਹੀਂ ਬੁੱਝ ਪਾ ਰਿਹਾ ਔਰ ਆਪ ਹੀ ਝੋਟਾ ਖਾਂਦਾ ਹੈ, ਭਟਕਿਆ ਹੋਇਆ ਹੈ। ਜਿਵੇਂ ਮੈਂ ਕਿਸੇ ਰਾਹੇ ਚਲਾ ਗਿਆ ਔਰ ਮੈਂ ਉਹਨਾਂ ਨੂੰ ਹੀ ਠੀਕ ਜਾਣ ਕੇ ਉਸ ਵੱਲ ਟੁਰ ਪੈਂਦਾ ਹਾਂ। ਜੀਵਨ ਵਿੱਚ ਜੋ ਦਿਖਦਾ ਹੈ, ਜੋ ਸੁਣਦਾ ਹੈ, ਉਹਦੇ 'ਚੋਂ ਹੀ ਜਾਣਨਾ ਪੈਂਦਾ ਹੈ ਕਿ ਕੀ ਸਹੀ ਔਰ ਕੀ ਗਲਤ ਹੈ। ਸਾਨੂੰ ਦੁਨੀਆ ਬਾਰੇ ਗਿਆਨ ਦੇਣ ਵਾਲੇ ਬਹੁਤ ਲੋਕ ਮਿਲਣਗੇ। ਛੋਟੀ ਉਮਰ ਤੋਂ ਪਰਿਵਾਰ ਹੀ ਸਾਨੂੰ ਗਿਆਨ ਦੇਗਾ ਕਿ ਕਿਵੇਂ ਜੀਵਨ ਨੂੰ ਜ਼ਿਆਦਾ ਜਾਣਨਾ ਹੈ। ਸਭ ਵਿਦਿਆ, ਸਭ ਗਿਆਨ ਜੀਵਨ ਦੇ ਜਿਹੜੇ ਸਾਨੂੰ ਅੱਜ ਕੱਲ੍ਹ ਦਿਖਦੇ ਹਨ, ਉਹ ਜੀਵਨ ਬਾਰੇ ਹੀ ਹਨ। ਪਰ ਜਿਹੜੀ ਮਨ ਦੀ ਅਵਸਥਾ ਹੈ, ਜਿਹੜੇ ਮੇਰੇ ਮਨ ਦੀ ਭਾਲ ਹੈ, ਜਾਂ ਜਿਹੜਾ ਦੁਨੀਆ ਵਿੱਚ ਦਿਖਦਾ ਨਹੀਂ ਹੈ, ਉਸ ਗਿਆਨ ਬਾਰੇ ਸਾਨੂੰ ਕੌਣ ਦੱਸ ਸਕਦਾ ਹੈ। ਜਿਹੜੀ ਚੀਜ਼ ਸਾਡੇ ਸਾਹਮਣੇ ਅੱਖਾਂ ਵਿੱਚ ਨਹੀਂ ਆਉਂਦੀ, ਸਾਨੂੰ ਦੱਸਣ ਵਾਲੇ ਥੋੜੇ ਹੀ ਹਨ। ਉਹਦੀ ਭਾਲ ਤੇ ਨਿਕਲਣਾ ਔਰ ਉਹਦੀ ਭਟਕਣ ਵਿੱਚ ਅਸੀਂ ਜੀਵਨ ਬਿਤਾ ਦਿੰਦੇ ਹਾਂ। ਆਪਣੇ ਸੁੱਖ ਨੂੰ ਅਸੀਂ ਪਾਲਦੇ ਹਾਂ। ਪਹਿਲੇ ਅਸੀਂ ਮੈਂ ਨੂੰ ਪਾਲਦੇ ਹਾਂ ਕਿ ਮੈਂ ਹਾਂ, ਔਰ ਉਸ ਦੇ ਕਰਨ ਲਈ ਮੈਂ ਦੂਸਰੇ ਨੂੰ ਦੁੱਖ ਦਿੰਦਾ ਹਾਂ, ਦੂਸਰੇ ਤੋਂ ਵੱਖਰਾ ਹੋਣਾ ਚਾਹੁੰਦਾ ਹਾਂ। ਆਪਣੇ ਨੂੰ ਵੱਖਰਾ ਦਿਖਾਉਣ ਲਈ ਆਪਣੀ ਨਿਰਾਲੀਆਂ ਗੱਲਾਂ ਕਰਦਾ ਹਾਂ। ਮੈਂ ਹਾਂ, ਇਹ ਮੇਰੀ ਬੜੀ ਲੋੜ ਹੈ। ਔਰ ਫਿਰ ਇਸ ਹਉਮੈ ਦੇ ਉੱਤੇ ਸਵਾਰ ਮੈਂ ਆਪਣੇ ਸੁੱਖ ਨੂੰ ਲੱਭਣ ਨਿਕਲਦਾ ਹਾਂ। ਦਰਅਸਲ ਇਸ ਹਉਮੈ ਦੇ ਅੰਦਰ ਸੁੱਖ ਨਹੀਂ ਹੈ। ਹਉਮੈ ਦੇ ਪਾਰ ਜਾਣਾ ਪਏਗਾ। ਹਜ਼ੂਰ ਨੇ ਇੱਕ ਦੂਜੀ ਵਿਚਾਰ ਜੋ ਚਲਾਈ ਹੈ, ਕਿ ਉਹ ਤੱਤ ਨਾ ਬੁੱਝੇ ਝੋਟਾ ਖਾਏ। ਦਰਅਸਲ ਕੀ ਹੈ ਕਿ ਜੀਵਨ ਦੇ ਜਿਹੜੇ ਪ੍ਰਸ਼ਨ ਉੱਠਦੇ ਹਨ, ਉਹ ਸਾਡੇ ਮਨ ਵਿੱਚ ਔਰ ਮਾਨਸਿਕ ਲੈਵਲ ਤੇ ਹੀ ਉੱਠਦੇ ਰਹਿੰਦੇ ਹਨ। ਸਮਟਾਈਮਸ ਵੀ ਕਾਂਟ ਵੋਕਲਾਈਜ਼ ਦਮ। ਅਸੀਂ ਉਹਨਾਂ ਨੂੰ ਕਹਿ ਨਹੀਂ ਪਾਉਂਦੇ, ਪਰ ਉਹ ਪ੍ਰਸ਼ਨ ਸਾਡੇ ਮਨ ਦੇ ਉੱਤੇ ਚੋਟ ਜ਼ਰੂਰ ਕਰਦੇ ਹਨ। ਔਰ ਉਹਨਾਂ ਪ੍ਰਸ਼ਨਾਂ ਦਾ ਉੱਤਰ ਲੱਭਦੇ ਲੱਭਦੇ ਅਸੀਂ ਬਹੁਤ ਕੁਝ ਕਰਨ ਦਾ ਯਤਨ ਕਰਦੇ ਹਾਂ, ਆਪਣੇ ਸੁੱਖ ਲੱਭਦੇ ਹਾਂ, ਔਰ ਸੁੱਖਾਂ ਦੇ ਕਾਰਨਾਂ ਕਰਕੇ ਜੀਵਨ ਵਿੱਚ ਜੋ ਚਮਕ ਦਮਕ ਹੈ, ਉਹਦੇ ਵਿੱਚ ਵੀ ਉਤਰ ਜਾਂਦੇ ਹਾਂ। ਗੁਰੂ ਜਦੋਂ ਸਾਨੂੰ ਤੱਤ ਦੀ ਗੱਲ ਕਰਦਾ ਹੈ ਤਾਂ ਉਸ ਤੋਂ ਕੀ ਭਾਵ ਹੈ? ਕਿ ਉਹ ਤੱਤ ਨਾ ਬੁੱਝੇ ਝੋਟਾ ਖਾਏ। ਕੀ ਕਾਰਨ ਹੈ ਕਿ ਅਸੀਂ ਤੱਤ ਨੂੰ ਨਹੀਂ ਜਾਣ ਪਾਉਂਦੇ? ਜੀਵਨ ਦਾ ਜੋ ਤੱਤ ਹੈ ਉਹ ਕੀ ਹੈ? ਜੀਵਨ ਦਾ ਤੱਤ ਰਿਲੇਸ਼ਨ ਮਨ ਨਾਲ ਰੱਖਦਾ ਹੈ। ਇੱਕ ਰਸਤਾ ਇਨਸਾਨ ਕੋਲ ਹੈ ਇਹ ਜਾਣਨ ਲਈ ਕਿ ਜੀਵਨ ਦਾ ਤੱਤ ਕੀ ਹੈ, ਔਰ ਉਹਦਾ ਰਸਤਾ ਮਨ ਵਿੱਚ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਸਾਨੂੰ ਮਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਆਈ ਪੰਥੀ ਸਗਲ ਜਮਾਤੀ
ਮਨ ਜੀਤੇ ਜਗ ਜੀਤ। ਮਨ ਨੂੰ ਜਾਣ ਲਿਆ, ਮਨ ਨੂੰ ਜਿੱਤ ਲਿਆ ਤਾਂ ਹੀ ਜਿੱਤ ਹੋਏਗੀ। ਮਨ ਦੀ ਲੈਵਲ ਵਿੱਚ ਕੁਝ ਵਰਤ ਰਿਹਾ ਹੈ। ਇਹ ਗੁਰਮੁਖ ਔਰ ਮਨਮੁਖ ਦੇ ਸ਼ਬਦ ਨੂੰ ਜਾਣ ਕੇ ਜਾਣ ਸਕਦੇ ਹਾਂ। ਮੇਰੇ ਮਨ ਵਿੱਚ ਇੱਕ ਪਹਿਲੂ ਹੈ, ਉਹ ਮਨਮੁਖ ਦਾ ਪਹਿਲੂ ਹੈ। ਉੱਥੇ ਮਨਮੁਖਤਾ ਮੇਰੀ ਈਗੋ ਸੈਂਟਰਡ ਮਾਈਂਡ ਹੈ, ਜਿੱਥੇ ਮੈਂ ਹੰਕਾਰੀ ਰੂਪ ਵਿੱਚ ਦੁਨੀਆ ਵਿੱਚ ਵਰਤਦਾ ਹਾਂ, ਵਿਚਰਦਾ ਹਾਂ। ਮੈਂ ਆਪਣੇ ਆਪ ਨੂੰ ਹੀ ਜੀਵਨ ਦਾ ਸੈਂਟਰ ਜਾਣਦਾ ਹਾਂ। ਮੈਂ ਹਾਂ, ਇਹਦਾ ਗਿਆਨ ਮੈਨੂੰ ਬਚਪਨ ਤੋਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਔਰ ਐਸੇ ਗਿਆਨ ਵੱਲ ਮੈਂ ਟੁਰਦਾ ਰਹਿੰਦਾ ਹਾਂ। ਮੈਂ ਮਾੜਾ ਹਾਂ ਕਿ ਚੰਗਾ ਹਾਂ, ਇਹ ਮੇਰੇ ਆਲਾ ਦੁਆਲਾ ਮੈਨੂੰ ਡਿਫਾਈਨ ਕਰ ਦਿੰਦਾ ਹੈ ਔਰ ਫਿਰ ਉਸੇ ਸਟਰਗਲ ਦੇ ਵਿੱਚ ਮੈਂ ਆਜੀਵਨ ਬਿਤਾ ਦਿੰਦਾ ਹਾਂ। ਉਹਦੇ ਵਿੱਚ ਮੇਰੇ ਕੋਲ ਸੁੱਖ ਵੀ ਆਉਂਦੇ ਹਨ, ਕਈ ਵਾਰ ਦੁੱਖ ਵੀ ਆਉਂਦੇ ਹਨ ਔਰ ਇਹਨਾਂ ਸੁੱਖਾਂ ਔਰ ਦੁੱਖਾਂ ਦੇ ਵਿੱਚ ਮੈਂ ਕੀ ਹਾਂ, ਮੈਂ ਇਸ ਪਾਲ ਨੂੰ ਸਮਝ ਨਹੀਂ ਪਾਉਂਦਾ। ਤੱਤ ਜੀਵਨ ਦਾ ਇਹੀ ਹੈ ਕਿ ਮੈਂ ਉਸ ਨੂੰ ਜਾਣ ਲਵਾਂ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ ਔਰ ਉਸ ਨੂੰ ਜਾਣਨ ਦੀ ਵਿਧੀ ਮਨ ਦੇ ਵਿੱਚ ਰੱਖੀ ਹੈ। ਮਨ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਇੱਕ ਜੋਤ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣਾ ਤੱਤ ਪਛਾਣ, ਜਾਣ ਲੈ ਕਿ ਤੇਰੇ ਮਨ ਵਿੱਚ ਹੈ ਕੀ। ਇਸ ਮਨ ਨੂੰ ਮੈਂ ਨਹੀਂ ਚੀਣਦਾ, ਜਾਣਦਾ। ਹੋਰ ਸਭ ਕੁਝ ਮੈਨੂੰ ਕਿਤਾਬਾਂ ਦੇ ਦਰਸ਼ਨ ਤੋਂ ਮਿਲ ਜਾਂਦਾ ਹੈ। H2O ਪਾਣੀ ਹੈ, ਕਿਵੇਂ ਬਣਦਾ ਹੈ, ਇਹਨੂੰ ਮੈਂ ਗਿਆਨ ਪ੍ਰਾਪਤ ਕਰਕੇ ਜਾਣ ਸਕਦਾ ਹਾਂ ਜਾਂ ਆਪਣੇ ਰਿਸਰਚ ਨਾਲ ਵੀ ਜਾਣ ਸਕਦਾ ਹਾਂ। ਮੇਰਾ ਮਨ ਕੀ ਹੈ, ਇਹਦਾ ਗਿਆਨ ਦਾ ਰਿਸਰਚ ਕਿੱਥੇ ਹੈ। ਇਹ ਕਿਹਨਾਂ ਲੋਕਾਂ ਕੋਲ ਵਿਧੀ ਹੈ ਕਿ ਇਸ ਮਨ ਨੂੰ ਚੀਨ ਲਈਏ, ਮਨ ਨੂੰ ਜਾਣ ਲਈਏ। ਇਸ ਮਨ ਵਿੱਚ ਮੇਰਾ ਮਨਮੁਖ ਮਨ ਵੀ ਹੈ, ਜਿਹੜਾ ਵਿਚਰਦਾ ਰਹਿੰਦਾ ਹੈ, ਆਲਵੇਜ਼ ਵਾਂਡਰਿੰਗ ਮਾਈਂਡ। ਔਰ ਇਸ ਮਨ ਵਿੱਚ ਉਹ ਮਨ ਵੀ ਹੈ ਜਿਹੜਾ ਨਿਰੰਕਾਰ ਸਰੂਪ ਹੈ, ਦ ਸਟੇਬਲ ਮਾਈਂਡ, ਜਿਸ ਨੂੰ ਅਸੀਂ ਸਪਿਰਿਟ ਕਰਕੇ ਜਾਣਦੇ ਹਾਂ। ਜਿੱਥੇ ਮੇਰੇ ਮਨ ਦੇ ਵਿਚਾਰ ਨਹੀਂ ਹਨ, ਮੈਂ ਹੰਕਾਰ ਤੋਂ ਪਰੇ ਹਾਂ। ਔਰ ਉੱਥੇ ਕੀ ਛਿਪਿਆ ਹੈ, ਨਾਹ ਸਾਹਿਬ ਨੇ ਇੱਕ ਉਪਦੇਸ਼ ਕੀਤਾ ਹੈ, ਉੱਥੇ ਆਨੰਦ ਛਿਪਿਆ ਹੈ ਮੇਰਾ। ਮਹਾਰਾਜ, ਅਗਰ ਮੈਨੂੰ ਇਹ ਗੱਲ ਸਮਝ ਆ ਜਾਏ ਕਿ ਮੈਂ ਮਨ ਨੂੰ ਥਿਰ ਕਰਾਂ ਔਰ ਮਨ ਦੀ ਥਿਰਤਾ ਵਿੱਚ ਉਤਰ ਕੇ ਇੱਕ ਡੂੰਘੇ ਸਾਗਰ ਵਿੱਚ ਨਹਾ ਲਵਾਂ, ਜਿਹੜਾ ਆਨੰਦ ਨਾਲ ਭਰਿਆ ਹੋਏ, ਜਿੱਥੇ ਸਿਵਾਏ ਆਨੰਦ ਦੇ ਹੋਰ ਕੁਝ ਵੀ ਨਹੀਂ ਹੋਵੇ। ਇੱਕ ਮਨ ਦਾ ਗਹਿਨ ਐਕਸਪੀਰੀਅੰਸ ਹੈ ਜੋ ਸਦਾ ਗੁਰੂ ਸਾਹਿਬ ਕਹਿੰਦੇ ਹਨ ਸਾਡੇ ਨਾਲ ਹੈ। ਮੈਨੂੰ ਨਹੀਂ ਲੱਗਦਾ ਦੁਨੀਆ ਵਿੱਚ ਕੋਈ ਹੋਰ ਬਾਣੀ ਹੈ ਜਿਹੜੀ ਸੈਲੀਬ੍ਰੇਸ਼ਨ ਵਰਡ ਨਾਲ ਰਿਲੇਸ਼ਨ ਇਤਨਾ ਨੇੜਾ ਰੱਖਦੀ ਹੈ ਜਿਤਨਾ ਆਨੰਦ ਸਾਹਿਬ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੀਜੇ ਗੁਰੂ ਅਮਰਦਾਸ ਬਜ਼ੁਰਗੀ ਦੇ ਉਮਰ ਵਿੱਚ ਗੁਰੂ ਬਣੇ ਹਨ। 13 ਵਰੇ 13 ਈਅਰਸ ਗਾਗਰ ਢੋਂਦੇ ਰਹੇ ਹਨ ਗੁਰੂ ਸਾਹਿਬ ਦੇ। ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਾਣਾ ਹੀ ਅਭਿਆਸ ਬਣ ਗਿਆ ਹੈ। ਮਨ ਨੂੰ ਸਾਧਨ ਦੀ ਵਿਧੀ ਸੇਵਾ ਹੈ ਔਰ ਇਸ ਸੇਵਾ ਵਿੱਚ ਇਹ ਮਨਮੁਖ ਬਿਲਕੁਲ ਪੈ ਗਿਆ ਹੈ ਔਰ ਸਿਰਫ ਗੁਰਮੁਖ ਰਹਿ ਗਿਆ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਹਨ ਸਾਨੂੰ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਸ ਦਿਨ ਗੁਰੂ ਮਿਲ ਜਾਏਗਾ ਉਹ ਮੈਨੂੰ ਉਸ ਮਨ ਨਾਲ ਜੋੜ ਦੇਗਾ। ਕਿਵੇਂ ਪਤਾ ਲੱਗਦਾ ਹੈ? ਗੁਰੂ ਹੀ ਕਹਿ ਰਹੇ ਹਨ।
गुर साखी जोत प्रगट होए। सब में जोत जोत है सोए। सब में जोत है महाराज। मैं तो हर एक नूं माड़ा और चंगा ही जानदा हाँ, पर हर एक विच जोत है। यह तो बड़ी कमाल की गल हो गई। जेल दे विच बैठा जिसनों अखबारां मर्डरर कहंदियां हन, उहदे विच भी जोत है। बड़े वड्डे कारोबार दा मालक हजारों करोड़ां विच बैठा, उहदे विच भी जोत है। और इक्को जोत है, कोई भेद नहीं है। सब कुछ गवा के भी इत्थे कुछ भी नहीं गवाया जाता। सब कुछ मिल जाए तो कुछ हथ विच फिर भी नहीं आंदा। अजब ही खेड है। मन दी रूप विच जदों मन दा ज्ञान हो जाए तो यह चीज़ां फिर मैंने नहीं रखदियां हन। बराबरी है एक तरह की। निरंकार किसी दे विच भेद नहीं करता है। उसने सब नूं आनंद बख्शिया है। गलत और सही दुनिया ने बना दिता है, और इस गलत और सही दे कारण असी सदा ही डिवाइडेड रहंदे हां। किसी नूं भी जो वो है उस तरह नहीं देख पाते। हमेशा ही जजमेंट्स करते हैं। वी ट्राई एंड जज। हर एक नूं एक पेडेस्टल विच पाउणा चाहुंदे हां, एक सैगमेंट विच जानना चाहुंदे हां कि इहनूं किस तरह का जन है। पर साहिब ने कहा है, अगर जोत नूं जान लवांगे तो यह जान जावांगे सब विच जोत है। असी बाबा बिधि चंद की गल कई बार विचारी है। किवें गुरु हर एक नूं एक अख नाल देखदा है, क्योंकि जीवन दे विच हंकार दे कारण जदों असी चंगा कवांगे, माड़ा उस तो दूर नहीं होएगा बहुता। यह सब द्वैत दी गेम है, एक दूजे नाल चलदा है। एकागर मन विच साहिब सानू समझाते हैं, क्यों तत ना बूझे झोटा खाए। तत नूं नहीं जानिया, मन नूं नहीं जानिया, तो झोटा खा रहा। मन दे उस ज्ञान नूं जानन वास्ते मैं भटक रहा हाँ, और उन्होंने बाहर ही देखता जा रहा, अंतर विच नहीं लभदा। अंतर विच नहीं ढूंढदा उसनूं। किसी ने दसिया ही नहीं महाराज। छोटी उम्र चों अगर सानू कोई ज्ञान दे दे कि शब्द की सांझ ही जीवन की तत्त है, तो दुनिया किवें बदल जाए। पर यह ज्ञान सौखा नहीं मिलता। इसनूं भी असी हंकार का कारण बना लेंदे हां। हंकार बड़ी ही अट्रैक्टिव जी वस्तु लगती है, तो जिसनूं बाणी का ज्ञान है, कई बार वो भी उस हंकार विच अपने मन नूं साध नहीं सकता। निराली जी गल है। बड़े नेड़े रहंदे होए भी बहुत दूर है। जिवें पेड़ दे थल्ले हनेरा होए, सूरज दे थल्ले हनेरा होए। महाराज फिर कहंदे हन, जमदर बादे कोई न राखे। यह प्रश्न ही चल रहे हैं सिद्धां दे। जम दे दरवाजे तो दे विच बन्निया गया है, फिर समय दे विच बन्निया गया है, और उन्होंने कोई बचा नहीं पा रहा। यह ज्ञान मैनू लगता नहीं मैनू है। जम दरबादे कोई ना राखे। जम दे दरवाजे नाल बन्निया गया, मैनू कोई रख नहीं पा रहा। यह मैनू नहीं समझ आ रही, यदा की मतलब है। हजूर दे इस प्रश्न का मतलब, इस पंक्ति का मतलब यह बैठता है कि अगर मैं मनमुख और ईगो सेंटर्ड माइंड नूं ही जानदा हाँ,
ਤਾਂ ਉਹ ਸਮੇਂ ਨਾਲ ਖਤਮ ਹੋ ਜਾਏਗਾ, ਸਰੀਰ ਨਾਲ ਮੁੱਕ ਜਾਏਗਾ। ਇਹ ਹਉਮੈ ਇੰਦਰੀਆਂ ਕਰਕੇ ਐਕਸਪ੍ਰੈਸ਼ਨ ਲੈਂਦੀਆਂ ਹਨ, ਸੈਂਸਿਸ ਕਰਕੇ ਜੀਵਨ ਦਾ ਐਕਸਪੀਰੀਅੰਸ ਬਣਦਾ ਹੈ। ਔਰ ਜਿਸ ਦਿਨ ਸਰੀਰ ਗਿਆ, ਇਹ ਇੰਦਰੀਆਂ ਮਨ ਵਿੱਚ ਹੀ ਐਕਸਪੀਰੀਅੰਸ ਕੋਲੈਪਸ ਹੋ ਜਾਂਦਾ ਹੈ, ਇੰਦਰੀਆਂ ਟੁੱਟ ਜਾਂਦੀਆਂ ਹਨ ਮਨ ਤੋਂ। ਪਹਿਲਾ ਪ੍ਰਸ਼ਨ ਸਾਹਿਬ ਨੂੰ ਸਿੱਧਾ ਨੇ ਜਿਹੜਾ ਕੀਤਾ ਹੈ, ਕੁਬੁਦ ਮਿਟੇ ਗੁਰ ਸ਼ਬਦ ਵਿਚਾਰ। 56ਵੀਂ ਪੌੜੀ ਵਿੱਚ ਉਸ ਦਾ ਜਵਾਬ ਹਜ਼ੂਰ ਦਿੰਦੇ ਹਨ। ਕੁਬੁਦ ਚਵਾਵੇ ਸੋ ਕਿਤ ਠਾਏ ਪ੍ਰਸ਼ਨ ਹੈ। ਉਹਦਾ ਜਵਾਬ 56ਵੀਂ ਪੌੜੀ ਵਿੱਚ ਕੁਬੁਦ ਮਿਟੇ ਗੁਰ ਸ਼ਬਦ ਵਿਚਾਰ। ਇਹ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਹਨ, ਕੁਬੁਦ ਮਾੜੇ ਮਨ ਦਾ ਹੱਲ ਕੀ ਹੈ? ਸ਼ਬਦ ਦੀ ਵਿਚਾਰ ਹੈ। ਕੁਬੁਦ ਮਿਟੇ, ਉਹ ਮਾੜਾ ਮਨ ਜਿਹੜਾ ਮੈਨੂੰ ਦੁੱਖ ਦੇਵੇਗਾ, ਉਹ ਮਨ ਜਿਹੜਾ ਕਰਪਟ ਹੋ ਗਿਆ, ਉਹ ਮਨ ਜਿਹੜਾ ਈਗੋ ਵਿੱਚ ਪੈ ਗਿਆ। ਕੁਬੁਦ ਮਿਟੇ ਗੁਰ ਸ਼ਬਦ ਵਿਚਾਰ। ਉਹ ਗੁਰੂ ਦੀ ਸ਼ਬਦ ਦੇ ਵਿਚਾਰ ਵਿੱਚ ਉਹ ਬਹਿ ਜਾਏਗਾ। ਇਹ ਕਿਸ ਤਰ੍ਹਾਂ ਹੁੰਦਾ ਹੈ? ਮੈਂ ਮਨਮੁਖ ਦੇ ਮਨ ਨੂੰ ਸਿਰਫ ਆਪਣੇ ਵਿਚਾਰਾਂ ਕਰਕੇ ਜਾਣਦਾ ਹਾਂ। ਆਈ ਐਮ ਆਲਵੇਜ਼ ਸਰਾਊਂਡਡ ਬਾਈ ਮਾਈ ਥਾਟਸ। ਦੈਟਸ ਦ ਮੀ ਆਈ ਨੋ। ਜੀਵਨ ਦੇ ਸਾਰੇ ਐਕਸਪੀਰੀਐਂਸਿਸ ਮਨ ਦੇ ਵਿੱਚ ਦੋ ਤਰ੍ਹਾਂ ਉਤਰਦੇ ਹਨ, ਇਮੋਸ਼ਨਸ ਕਰਕੇ ਉਤਰਦੇ ਹਨ। ਕੋਈ ਚੀਜ਼ ਮੈਨੂੰ ਸੁੱਖ ਦਿੰਦੀ ਹੈ, ਬਹੁਤ ਆਨੰਦ ਦਿੰਦੀ ਹੈ, ਉਹ ਸਭ ਕੁਝ ਮਨ ਵਿੱਚ ਹੀ ਵਰਤਦਾ ਹੈ। ਉਹਦੀ ਫਿਜ਼ੀਕਲ ਮੈਨੀਫੈਸਟੇਸ਼ਨ ਚਾਹੇ ਫਿਜ਼ੀਕਲ ਲੈਵਲ 'ਤੇ ਹੈ, ਪਰ ਉਹਦਾ ਐਕਸਪੀਰੀਅੰਸ ਮਨ ਵਿੱਚ ਹੈ। ਇਮੋਸ਼ਨਸ ਇੱਕ ਟ੍ਰਿਗਰ ਹਨ। ਇਮੋਸ਼ਨਸ ਟ੍ਰਿਗਰ ਹੋ ਗਈਆਂ ਹਨ ਬਾਹਰਲੇ ਐਕਸਪੀਰੀਅੰਸ ਤੋਂ, ਪਰ ਉਹ ਇਮੋਸ਼ਨਸ ਮਨ ਦੇ ਅੰਦਰ ਹੀ ਹਨ। ਮਹਾਰਾਜ ਕਹਿੰਦੇ ਨੇ ਕਿ ਕੁਬੁਦ ਜਿਹੜੀ ਹੈ ਉਹ ਮਿਟ ਜਾਂਦੀ ਹੈ। ਕਿਵੇਂ ਮਿਟਦੀ ਹੈ? ਜਦ ਮੈਂ ਆਪਣੇ ਇਸ ਮਨ ਨੂੰ ਜਿਹੜਾ ਵਿਚਾਰਾਂ ਨਾਲ ਜੁੜਿਆ ਹੈ, ਇਸ ਨੂੰ ਖਾਲੀ ਕਰ ਲਵਾਂ। ਇਸ ਨੂੰ ਖਾਲੀ ਕਰਕੇ ਇਕਾਗਰ ਕਰਦੇ ਹਾਂ। ਜਿਵੇਂ ਅਸੀਂ ਕੀਰਤਨ ਕਰਦੇ ਹੀਏ ਔਰ ਸ਼ਬਦ ਦੇ ਨਾਲ ਜੁੜ ਜਾਈਏ, ਤਾਂ ਫਿਰ ਮੇਰੀ ਥਾਟਸ ਨਹੀਂ ਆਉਂਦੀਆਂ ਹਨ। ਅਗਰ ਮੇਰਾ ਮਨ ਖਾਲੀ ਹੋ ਗਿਆ ਹੈ ਤਾਂ, ਨਹੀਂ ਤਾਂ ਜਿਵੇਂ ਬਾਅਦ ਦਫਾ ਸਾਨੂੰ ਲੱਗਦਾ ਹੈ ਕਿ ਥਾਟਸ ਕਰਕੇ ਮਨ ਟਿਕਦਾ ਨਹੀਂ ਹੈ, ਕਿਉਂਕਿ ਮਨ ਵਿੱਚ ਬਹੁਤ ਬੈਗੇਜ ਹੈ। ਮਨ ਦੇ ਵਿੱਚ ਪਾਸਟ ਐਕਸਪੀਰੀਐਂਸਿਸ ਹਨ, ਜਜਮੈਂਟਸ ਹਨ, ਪਾਸਟ ਨੌਲੇਜ ਹੈ, ਪੇਨ ਹੈ, ਪਲੇਜਰਸ ਹਨ। ਉਹ ਸਾਰੇ ਮਨ ਦੇ ਵਿੱਚ ਬਹਿ ਰਹੇ ਹਨ, ਜੋ ਕੁਝ ਸਾਨੂੰ ਕਿਸੇ ਨੇ ਸਿਖਾਇਆ ਹੈ, ਦੱਸਿਆ ਹੈ। ਉਸੇ ਤੋਂ ਮੈਂ ਆਪਣਾ ਕੰਡੀਸ਼ਨਡ ਮਾਈਂਡ ਬਣਾਉਂਦਾ ਹਾਂ। ਪਰ ਅਗਰ ਮੈਂ ਗੁਰੂ ਦੇ ਸ਼ਬਦ ਨਾਲ ਮਨ ਨੂੰ ਜੋੜ ਦਿੰਦਾ ਹਾਂ, ਤਾਂ ਦੋ ਗੱਲਾਂ ਹੁੰਦੀਆਂ ਹਨ। ਇੱਕ ਤਾਂ ਮੈਂ ਮਨ ਵਿੱਚ ਸ਼ਬਦ ਨੂੰ ਇਨਵਾਈਟ ਕਰ ਲਿਆ ਹੈ। ਇਹ ਹੁਣ ਸ਼ਬਦ ਦਾ ਐਕਸਪੀਰੀਅੰਸ ਕੀ ਹੈ? ਸ਼ਬਦ ਦਾ ਡਿਫਾਈਨਡ ਐਕਸਪੀਰੀਅੰਸ ਗੁਰੂ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ, ਇਹ ਡਿਫਾਈਨਡ ਐਕਸਪੀਰੀਅੰਸ ਹੈ। ਇਹ ਦਿਖਦਾ ਹੈ, ਬੋਲਦਾ ਹਾਂ, ਸੁਣਦਾ ਹਾਂ, ਆਪਣੇ ਹੰਕਾਰ ਤੋਂ ਪਰੇ ਦੇ ਮਨ ਵਿੱਚ ਚਲਾ ਜਾਂਦਾ ਹਾਂ। ਪਰ ਮੈਨੂੰ ਲੱਗਦਾ ਹੈ ਸ਼ਬਦ ਨਿਰੰਕਾਰ ਦੀ ਖੇਡ ਦੀ ਇੱਕ ਬਹੁਤ ਉੱਤਮ ਅਵਸਥਾ ਹੈ, ਸਟੇਟ ਆਫ ਬੀਇੰਗ ਹੈ, ਜਿੱਥੇ ਨਿਰੰਕਾਰ ਦੀ ਹੋਂਦ ਦੀ ਖੇਡ ਪ੍ਰਗਟ ਹੁੰਦੀ ਹੈ ਇੱਕ ਜਨ ਨੂੰ, ਜਿਹੜਾ ਆਪਣੀ ਮਨ ਦੇ ਉਸ ਅਵਸਥਾ ਵਿੱਚ ਚਲਾ ਗਿਆ ਜਿੱਥੇ ਉਸਨੇ ਹੰਕਾਰ ਨੂੰ ਤਿਆਗ ਦਿੱਤਾ। ਹੰਕਾਰ ਨੂੰ ਤਿਆਗਣਾ ਗੁਰੂ ਦੇ ਬਿਨਾਂ ਪੋਸੀਬਲ ਨਹੀਂ ਹੈ। ਗੁਰੂ ਸ਼ਬਦ ਜਾਣ ਲਈਏ ਤਾਂ ਮੈਂ ਆਪਣੀ ਥਾਟਸ ਨੂੰ ਪਹਿਲਾਂ ਸ਼ਬਦ ਨਾਲ ਰਿਪਲੇਸ ਕਰ ਦਿੱਤਾ, ਤਾਂ ਮੇਰਾ ਆਪਣੀ ਮਨ ਦੇ ਵਿੱਚ ਥਾਟਸ ਖਤਮ ਹੋਣੀਆਂ ਸ਼ੁਰੂ ਹੋ ਗਈਆਂ, ਔਰ ਫਿਰ ਮਨ ਇਕਾਗਰ ਕਰ ਦਿੱਤਾ ਸ਼ਬਦ ਨਾਲ। ਹੁਣ ਗੁਰੂ ਪ੍ਰਸਾਦ ਲਈ ਤਿਆਰ ਹੋ ਗਿਆ ਮਨ, ਕਿਰਪਾ ਲਈ
ਮਨ ਇਸ ਮਨਮੁਖ ਮਨ ਤੋਂ ਗੁਰਮੁਖ ਅਵਸਥਾ ਵਿੱਚ ਜਾਣ ਲਈ ਇੱਕ ਤਿਆਰੀ ਹੋ ਗਈ ਲੱਗਦੀ ਹੈ। ਟੂ ਟ੍ਰਾਂਸੈਂਡ ਐਂਡ ਗੋ ਬਿਯੋਂਡ। ਜਿਵੇਂ ਗੁਰੂ ਹੱਥ ਪਕੜ ਕੇ ਸਾਨੂੰ ਇੱਕ ਖੂਹ ਚੋਂ ਕੱਢਦਾ ਹੋਏ ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ, ਬਿਲਕੁਲ ਇਸੇ ਤਰ੍ਹਾਂ ਜੀਵਨ ਲੱਗਦਾ ਹੈ। ਕੋਈ ਬਾਹਰ ਨਿਕਲਣ ਦਾ ਰਸਤਾ ਨਹੀਂ ਹੈ। ਸ਼ਬਦ ਔਰ ਗੁਰੂ ਹੀ ਹੈ। ਉਹ ਇਕਾਗਰ ਮਨ ਦੀ ਉਸ ਅਵਸਥਾ ਵਿੱਚ ਸਾਨੂੰ ਜਾਣਾ ਪਏਗਾ। ਇਹ ਆਪਣਾ ਮਨ ਤਿਆਗਣਾ ਪਏਗਾ ਜਿਸ ਨੂੰ ਮੈਂ ਬਣਾਇਆ ਹੈ ਔਰ ਗੁਰੂ ਦੇ ਸ਼ਬਦ ਨੂੰ ਮੈਂ ਅਪਣਾਇਆ ਹੈ। ਫਰਜ਼ ਕਰੋ ਅਸੀਂ ਇਸ ਗੁਰੂ ਸ਼ਬਦ ਦੀ ਡਾਇਮੈਂਸ਼ਨ ਤੋਂ ਥੋੜ੍ਹਾ ਜਿਹਾ ਹਟ ਜਾਂਦੇ ਹਾਂ। ਕੋਈ ਜਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਜਾਣਦਾ ਹੈ, ਫਿਰ ਕੀ ਇੱਥੇ ਉਹ ਸਤ ਉੱਥੇ ਵੀ ਵਰਤ ਸਕਦਾ ਹੈ? ਲਾਜ਼ਮੀ ਲੱਗਦਾ ਹੈ ਕਿ ਵਰਤੇਗਾ। ਤਾਂ ਇਹਦਾ ਮਤਲਬ ਸ਼ਬਦ ਦੀ ਡਾਇਮੈਂਸ਼ਨ ਇਹ ਡਿਫਾਈਨਡ ਸ਼ਬਦ ਤੋਂ ਪਰੇ ਹੈ। ਇਹਦਾ ਮਤਲਬ ਸ਼ਬਦ ਦਾ ਮਤਲਬ ਨਿਰੰਕਾਰ ਦਾ ਉਹ ਰੂਪ ਹੈ ਜਿੱਥੇ ਸਾਨੂੰ ਉਸ ਮਨ ਨਾਲ ਅਟੈਚਮੈਂਟ ਹੋ ਜਾਂਦੀ ਹੈ ਜਿਹੜਾ ਮਨ ਸਦਾ ਲਈ ਹੈ, ਜਿੱਥੇ ਨਿਰੰਕਾਰ ਦਾ ਸਰੂਪ ਸਦਾ ਸਾਡੀ ਮਨ ਵਿੱਚ ਹਾਜ਼ਰ ਹੈ। ਗੁਰੂ ਦੇ ਬਿਨਾਂ ਉਹ ਪੋਸੀਬਲ ਨਹੀਂ ਹੈ। ਇਸ ਕਰਕੇ ਉੱਥੇ ਵੀ ਕਿਸੇ ਰੂਪ ਵਿੱਚ ਗੁਰੂ ਦੇ ਦਰਸ਼ਨ ਹੋਣਗੇ, ਉੱਥੇ ਵੀ ਕਿਸੇ ਰੂਪ ਵਿੱਚ ਗੁਰੂ ਹੋਏਗਾ ਹੀ। ਇੱਕ ਕਿਉ ਸਾਨੂੰ ਇਸ ਗੱਲ ਦਾ ਕ੍ਰਿਸਚੈਨਿਟੀ ਤੋਂ ਮਿਲਦਾ ਹੈ। ਬਾਈਬਲ ਦੇ ਵਿੱਚ ਇੱਕ ਲਾਈਨ ਹੈ, ਇਨ ਦ ਬਿਗਨਿੰਗ ਵਾਜ਼ ਦ ਵਰਡ ਐਂਡ ਦ ਵਰਡ ਇਜ਼ ਗॉड। ਸ਼ਬਦ ਲੱਗਦਾ ਇਸ ਤਰ੍ਹਾਂ ਹੈ ਕਿ ਇਸ ਸ਼ਬਦ ਦੇ ਦਰਵਾਜ਼ੇ ਕਈ ਜਨਾਂ ਦੇ ਖਟਖਟਾਏ ਗਏ ਹਨ, ਕਈ ਮਨਾਂ ਦੇ ਅੰਦਰ ਪ੍ਰਗਟ ਹੋ ਚੁੱਕੇ ਹਨ। ਸੋ ਇਸ ਗੱਲ ਨੂੰ ਅਸੀਂ ਸਮਝਣਾ ਹੈ ਕਿ ਨਿਰੰਕਾਰ ਆਪਣੇ ਆਪ ਨੂੰ ਸ਼ਬਦ ਦੇ ਥਰੂ ਪ੍ਰਗਟ ਕਰਦਾ ਹੈ। ਅਸੀਂ ਫੋਰਚੂਨੇਟ ਹਾਂ ਕਿ ਗੁਰੂ ਨਾਨਕ ਦੇ ਇਸ ਸ਼ਬਦ ਨੂੰ ਅਸੀਂ ਜਾਣਦੇ ਹਾਂ। ਇਹਦੀ ਵਿਚਾਰ, ਇਸ ਨੂੰ ਨੌਲੇਜ ਬੇਸਡ ਮਨ ਦੇ ਵਿੱਚ ਉਤਾਰਨਾ, ਇਹ ਇੱਕ ਪਹਿਲੂ ਹੈ ਇਸ ਸ਼ਬਦ ਦਾ। ਪਰ ਸ਼ਬਦ ਨਿਰੰਕਾਰ ਸਰੂਪ ਹੈ ਮਹਾਰਾਜ। ਇਸ ਦਾ ਪਹਿਲੂ ਉਹ ਵੀ ਹੈ ਜੋ ਡਿਫਾਈਨ ਨਹੀਂ ਹੁੰਦਾ। ਅਵਗਤੋਂ ਨਿਰਮਾਇਲ ਉਪਜੇ। ਇਸ ਕਰਕੇ ਉੱਥੇ ਕੋਈ ਸ਼ਬਦ ਡਿਫਾਈਨ ਨਹੀਂ ਕਰ ਪਾਏਗਾ ਉਸ ਅਵਸਥਾ ਨੂੰ ਜਦੋਂ ਕੋਈ ਜੁੜ ਜਾਂਦਾ ਹੈ, ਜਦੋਂ ਲਿਵ ਲੱਗ ਜਾਂਦੀ ਹੈ, ਜਿਵੇਂ ਬਾਣੀ ਕਹਿ ਰਹੀ ਹੈ ਸਾਨੂੰ। ਸੂਫੀ ਇਸ ਨੂੰ ਸਾਊਂਡ ਆਫ ਸਾਇਲੈਂਸ ਕਹਿੰਦੇ ਹਨ। ਇਹਦੇ ਮੁੱਲ ਇਹਦੇ ਐਕਸਪੀਰੀਅੰਸ ਵਿੱਚ ਹੀ ਹੈ। ਉਹਦੇ ਵਿੱਚ ਐਕਸਪੀਰੀਅੰਸ ਕਰਨਾ ਜ਼ਰੂਰੀ ਹੈ। ਕੇਵਲ ਗੱਲਾਂ ਨਾਲ ਇਹ ਗੱਲ ਨਹੀਂ ਬਣ ਸਕਦੀ। ਜਦ ਤੱਕ ਆਨੰਦ ਨੂੰ ਨਹੀਂ ਜਾਣਿਆ ਤਦ ਤੱਕ ਨਹੀਂ ਕਹਿ ਸਕਦੇ ਕਿ ਆਨੰਦ ਨੂੰ ਜਾਣ ਲਿਆ ਹੈ। ਮਹਾਰਾਜ ਵੀ ਸਾਨੂੰ ਇਹ ਦੱਸਦੇ ਹਨ ਕਿ ਐਕਸਪੀਰੀਅੰਸ ਹਰ ਇੱਕ ਕੋਲ ਨਹੀਂ ਹੈ, ਪਰ ਇਹਦੇ ਵਿੱਚ ਅਸੀਂ ਉਤਰਨਾ ਹੈ। ਔਰ ਇਹ ਗੁਰੂ ਸਾਨੂੰ ਜ਼ਰੂਰ ਅਸ਼ੋਰ ਕਰਦਾ ਹੈ ਕਿ ਜਦੋਂ ਗੁਰੂ ਮਿਲੇਗਾ ਤਾਂ ਆਨੰਦ ਦਾ ਰਸਤਾ ਖੁੱਲ ਜਾਏਗਾ। ਹੁਣ ਇਸ ਨੂੰ ਅਸੀਂ ਇਸ ਸ਼ਬਦ ਦੇ ਰਾਹੀਂ ਆਪਣੇ ਮਨ ਵਿੱਚ ਇਨਵਾਈਟ ਕਰਨਾ ਹੈ। ਤਾਂ ਸ਼ਬਦ ਦੀ ਵਿਚਾਰ ਦਾ ਮੈਨੂੰ ਦੋ ਅਰਥ ਮਿਲਦੇ ਹਨ। ਇੱਕ ਤਾਂ ਨੋਨ ਮਾਈਂਡ ਵਿੱਚ ਇਸ ਨੂੰ ਉਤਾਰਨਾ, ਇਹਨਾਂ ਵਿਚਾਰਾਂ ਨੂੰ ਉਤਾਰਨਾ। ਜਿਵੇਂ ਹੁਣ ਅਸੀਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਦੁਐਤ ਦੇ ਮਨ ਵਿੱਚ ਇਹਨੂੰ ਵਿਚਾਰਨਾ ਸ਼ਬਦ ਨੂੰ। ਔਰ ਇੱਕ ਇਸ ਸ਼ਬਦ ਦੀ ਵਿਚਾਰ ਤੋਂ ਮੈਨੂੰ ਭਾਵ ਇਹ ਸਮਝ ਆਉਂਦਾ ਹੈ ਕਿ ਇਸ ਦੇ ਧਿਆਨ ਵਿੱਚ ਉਤਰਨਾ, ਜਿੱਥੇ ਮੈਂ ਹੁਣ ਨਹੀਂ ਰਹਿ ਜਾਂਦਾ, ਕੇਵਲ ਸ਼ਬਦ ਹੀ ਮੇਰਾ ਮਨ ਦਾ ਮਾਲਕ ਬਣਦਾ ਹੈ ਔਰ ਇਹ ਘੜਦਾ ਹੈ ਫਿਰ ਮੇਰੇ ਮਨ ਨੂੰ। ਜਪਜੀ ਸਾਹਿਬ ਵਿੱਚ ਸਾਨੂੰ 38 ਪੌੜੀ ਵਿੱਚ ਹਜ਼ੂਰ ਹੈ ਦੱਸਦੇ ਹਨ ਕਿ ਮਨ ਘੜਿਆ ਜਾਂਦਾ ਹੈ।
ਉਹ ਮੇਰੇ ਕਰਨ ਨਾਲ ਨਹੀਂ ਹੈ, ਉਹ ਨਿਰੰਕਾਰ ਦੀ ਹੀ ਕੋਈ ਖੇਡ ਚੱਲਦੀ ਹੈ। ਕੜੀਏ ਸ਼ਬਦ ਸੱਚੀ ਟਕਸਾਲ। ਸੱਚੀ ਟਕਸਾਲ ਜਿੱਥੇ ਵੈਲਥ ਹੈ ਦੁਨੀਆ ਦੀ, ਜਿੱਥੇ ਮੇਰੇ ਮਨ ਦੀ ਵੈਲਥ ਹੈ, ਉਹ ਕੀ ਹੈ ਮਹਾਰਾਜ? ਸ਼ਬਦ ਕੱਢਦਾ ਹੈ ਉਸ ਨੂੰ। ਹਜੂਰ ਕਹਿੰਦੇ ਹਨ ਇਹ ਕੰਮ ਕਰਨ ਵਾਲਾ ਹੈ ਜੀਵਨ ਵਿੱਚ। ਇਸ ਮਨ ਨੂੰ ਸ਼ਬਦ ਨਾਲ ਇਸ ਤਰ੍ਹਾਂ ਜੋੜ ਦੇ, ਭਾਵੇਂ ਹੋਰ ਕੁਝ ਹੁੰਦਾ ਰਹੇ ਨਾ ਹੋਏ, ਸ਼ਬਦ ਨਾਲ ਇਸ ਤਰ੍ਹਾਂ ਮਨ ਨੂੰ ਜੋੜ ਦਿਓ ਕਿ ਇਹਦੀ ਸਾਂਝ ਨਾਲ ਜੀਵਨ ਸ਼ਬਦ ਵਿੱਚ ਇਕਾਗਰ ਹੋ ਜਾਏ। ਹਜੂਰ ਕਹਿੰਦੇ ਹਨ ਫਿਰ ਐਕਸਪੀਰੀਅੰਸ ਖੁੱਲ ਜਾਏਗਾ ਜੀਵਨ ਦਾ, ਫਿਰ ਤੱਤ ਦਾ ਗਿਆਨ ਹੋ ਜਾਏਗਾ। ਮੈਂ ਪਰੇਸ਼ਾਨ ਹੋਇਆ, ਬਹੁਤ ਵਿਆਕੁਲ ਹੋਇਆ, ਕਿਸੇ ਸਮੱਸਿਆ ਦੇ ਵਿੱਚ ਬੈਠਾ ਹਾਂ, ਮਨ ਹੁਣ ਪਰੇਸ਼ਾਨੀ ਨਾਲ ਭਰਿਆ ਹੈ, ਪਰ ਇੱਕ ਮਨ ਹੈ ਜਿੱਥੇ ਕੁਝ ਵੀ ਨਹੀਂ ਵਿਗੜਿਆ। ਜਦੋਂ ਇਹਦਾ ਸਵਿਚ ਔਨ ਕਰੋਗੇ ਤਾਂ ਉੱਥੇ ਸਭ ਕੁਝ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਨਿਰੰਕਾਰ ਨੇ ਬਣਾਇਆ ਹੈ। ਉੱਥੇ ਸਦਾ ਹੀ ਵਿਕਾਸ ਹੈ। ਤਾਂ ਹਜੂਰ ਨੇ ਇਹ ਗੱਲ ਸਾਨੂੰ ਜਪਜੀ ਸਾਹਿਬ ਵਿੱਚ ਬਹੁਤ ਪਿਆਰ ਨਾਲ ਸਮਝਾਈ ਹੈ। ਨਾਨਕ ਭਗਤਾਂ ਸਦਾ ਵਿਕਾਸ। ਸੁਣੇ ਦੁਖ ਪਾਪ ਕਾ ਨਾਸ। ਅਸੀਂ ਉਸ ਸ਼ਬਦ ਨੂੰ ਸੁਣ ਲਿਆ, ਉਸ ਗੁਰੂ ਦੀ ਆਹਟ ਨੂੰ ਮਨ ਵਿੱਚ ਉਤਾਰ ਦਿੱਤਾ, ਗੁਰੂ ਦੇ ਪ੍ਰੇਮ ਨੂੰ ਮਨ ਵਿੱਚ ਰਸਤਾ ਦੇ ਦਿੱਤਾ। ਸਦਾ ਲਈ ਵਿਕਾਸ ਦੇ ਦਰਵਾਜ਼ੇ ਖੁੱਲ ਗਏ ਹਨ। ਸਦਾ ਲਈ। ਇਹ ਗੱਲ ਬਹੁਤ ਕੁਝ ਬਦਲ ਦਿੰਦੀ ਹੈ। ਇੱਕ ਸਦਾ ਸ਼ਬਦ ਇਤਨਾ ਮੁੱਲ ਰੱਖਦਾ ਹੈ ਜਿਤਨੀ ਸਾਰੀ ਦੁਨੀਆ ਵੀ ਵੇਚ ਕੇ ਨਹੀਂ ਮਿਲਦੀ। ਇਹ ਸਭ ਦੁਨੀਆ ਸਦਾ ਲਈ ਨਹੀਂ ਹੈ। ਨਾ ਮੇਰੀ ਹੋਂਦ ਔਰ ਇੱਥੇ ਮੇਰਾ ਆਣਾ ਸਦਾ ਲਈ ਹੈ, ਪਰ ਇੱਥੋਂ ਕਮਾ ਸਕਦੇ ਹਾਂ ਉਸ ਵਿਕਾਸ ਨੂੰ ਜਿਹੜਾ ਸਦਾ ਲਈ ਹੈ। ਇਹ ਤੱਤ ਗਿਆਨ ਹੈ ਜੀਵਨ ਦਾ ਮਹਾਰਾਜ। ਮੇਰੇ ਘਰ ਵਾਲੀ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਕਾਰੋਬਾਰ, ਮੇਰੀ ਸੁਸਾਇਟੀ ਵਿੱਚ ਸਟੇਟਸ, ਇਹ ਸਭ ਕੁਝ ਵਿਗੜ ਔਰ ਸਕਦਾ ਹੈ ਔਰ ਚੰਗਾ ਵੀ ਬਣ ਸਕਦਾ ਹੈ, ਪਰ ਇਹ ਜੀਵਨ ਦੇ ਨਾਲ ਹੀ ਮੁੱਕ ਜਾਏਗਾ। ਇਹ ਇੱਕ ਐਕਸਪੀਰੀਅੰਸ ਦੀ ਤਰ੍ਹਾਂ ਕਰਮਾਂ ਦੀ ਤੱਤ ਮੇਰੇ ਮਨ ਵਿੱਚ ਛੱਡ ਦੇਗਾ। ਬਸ ਇਹ ਕਰਮ ਮੈਨੂੰ ਫਿਰ ਕਿੱਧਰ ਲੈ ਜਾਣਗੇ ਮੈਨੂੰ ਨਹੀਂ ਪਤਾ ਹੈ, ਪਰ ਜੋ ਮੈਂ ਹਾਂ ਅੱਜ ਮੇਰੇ ਪਿਛਲੇ ਕਰਮਾਂ ਕਰਕੇ ਹਾਂ, ਔਰ ਜਿੱਧਰ ਮੈਂ ਜਾਵਾਂਗਾ ਅੱਜ ਦੇ ਕਰਮਾਂ ਕਰਕੇ ਜਾਵਾਂਗਾ। ਇਸ ਕਰਕੇ ਮੇਰੀ ਅੱਜ ਦੀ ਹੋਂਦ ਸਭ ਕੁਝ ਦੱਸਦੀ ਹੈ, ਸਾਰੇ ਬੀਜ ਆਪਣੇ ਅੰਦਰ ਰੱਖਦੀ ਹੈ। ਇੱਕ ਬੀਜ ਇਹਦੇ ਵਿੱਚ ਹੋਰ ਵੀ ਹੈ ਜਿਹੜਾ ਅੰਤਰ ਮਨ ਨਾਲ ਵਾਸਤਾ ਰੱਖਦਾ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਪਿਛਲ ਜਨਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਬੈਰਾਗੀ, ਕਿ ਇਸ ਬੀਜ ਵਿੱਚ, ਇਹੋ ਜਿਹੇ ਬੀਜ ਵਿੱਚ ਮਨ ਵਿੱਚ ਬੋਏ ਜਾ ਸਕਦੇ ਹਨ ਜਿਹੜੇ ਨਾਲ ਅਧਿਆਤਮ ਵੀ ਪ੍ਰਗਟ ਹੋ ਸਕਦਾ ਹੈ। ਮੈਂ ਕੁਝ ਨਹੀਂ ਕਰ ਪਾ ਰਿਹਾ, ਮੇਰੇ ਮਨ ਵਿੱਚ ਵਿਆਕੁਲਤਾ ਮੈਨੂੰ ਪਰੇਸ਼ਾਨ ਕਰ ਰਹੀ ਹੈ। ਬੀਜ ਬੋਣ ਦਾ ਸਮਾਂ ਹੈ। ਅੰਕੁਰ ਪ੍ਰਗਟਣਗੇ ਫਿਰ। ਅੰਕੁਰ ਯਾਨੀ ਬਡਸ। ਪਿਛਲੇ ਜਨਮ ਮੈਂ ਸਮਝਦਾ ਹਾਂ ਕਿ ਪਿਛਲਾ ਸਮਾਂ ਕਦੇ ਮੈਂ ਅਰਦਾਸ ਕਰ ਦਿੱਤੀ, ਇਕਾਗਰ ਹੋ ਕੇ ਪਰੇਸ਼ਾਨੀ ਵਿੱਚ ਉਤਰ ਕੇ ਅਥਰੂ ਨਾਲ ਭਰ ਕੇ ਮਨ ਪੁਕਾਰ ਗਿਆ, ਗੁਰੂ ਮਿਲ ਜਾਏ ਮੈਨੂੰ। ਬੀਜ ਬੋਇਆ ਗਿਆ ਤਾਂ ਬੈਰਾਗੀ ਪੁਰਸ਼ ਮਨ ਵਿੱਚ ਉਤਰੇਗਾ।
ਸ਼ਬਦ ਮਨ ਵਿੱਚ ਆਏਗਾ। ਅਸੀਂ ਹੋਰ ਕੁਝ ਕਰ ਨਹੀਂ ਪਾ ਰਹੇ, ਅਰਜ਼ ਦਸ਼ਤ ਅਰਦਾਸ ਕਰਦੇ ਚੱਲੀਏ। ਜੀਵਨ ਵਿੱਚ ਸਭ ਕੁਝ ਹੋ ਕੇ ਵੀ ਰਾਖ ਮਿਲ ਸਕਦੀ ਹੈ, ਕੁਛ ਨਾ ਵੀ ਹੋ ਕੇ ਵੀ ਸਭ ਕੁਝ ਮਿਲ ਸਕਦਾ ਹੈ। ਇਹ ਕੋਈ ਕੰਟਰੋਲ ਨਹੀਂ ਕਰ ਪਾਏਗਾ। ਮੇਰੀ ਅਧਿਆਤਮ ਦੀ ਅਵਸਥਾ ਸਿਰਫ ਨਿਰੰਕਾਰ ਜਾਣਦਾ ਹੈ ਜਾਂ ਗੁਰੂ ਜਾਣਦਾ ਹੈ। ਮੇਰੇ ਕੱਪੜੇ ਦੇਖ ਕੇ, ਮੇਰਾ ਪਹਿਰਾਵਾ ਦੇਖ ਕੇ, ਬੋਲੀ ਦੇਖ ਕੇ, ਮੇਰਾ ਰਹਿਣ ਸਹਿਣ ਦੇਖ ਕੇ ਕਦੇ ਵੀ ਗਿਆਨ ਨਹੀਂ ਹੋ ਸਕਦਾ, ਕਿਸੇ ਦੇ ਵੀ ਨਹੀਂ ਹੋ ਸਕਦਾ। ਇਹ ਸਭ ਬਾਹਰਲੀ ਕੰਡੀਸ਼ਨਸ ਹਨ। ਬ੍ਰਹਮ ਗਿਆਨ ਦੀ ਅਵਸਥਾ ਇਹੋ ਜਿਹੀ ਹੈ ਜਿਹੜੇ ਅੰਤਰ ਮਨ ਨਾਲ ਰਸਤਾ ਰੱਖਦੀ ਹੈ ਮਹਾਰਾਜ, ਔਰ ਜਿਸ ਨੂੰ ਹੈ ਸਿਰਫ ਉਹੀ ਜਾਣ ਸਕਦਾ ਹੈ, ਅਗਰ ਦੂਸਰੇ ਕੋਲ ਹੈ ਕਿ ਨਹੀਂ। ਛਿਪਾਣੀ ਸੌਖੀ ਹੈ ਪਰ ਦਿਖ ਵੀ ਜਾਂਦੀ ਹੈ। ਇਸ ਤਰ੍ਹਾਂ ਦੇ ਲੱਛਣ ਸਾਹਿਬ ਨੇ ਕਹੇ ਹਨ। ਭਗਤ ਕਬੀਰ ਤਾਂ ਇੱਕ ਗੱਲ ਵਿੱਚ ਕਹਿ ਵੀ ਜਾਂਦੇ ਹਨ, ਲੋਕ ਨਾ ਭਤੀਜੇ ਤੋਂ ਕਿਆ ਕੀਜੇ। ਲੋਕੀ ਨਹੀਂ ਸੁਣਦੇ ਤਾਂ ਕੀ ਕਰ ਸਕਦੇ ਆ, ਕੀ ਕਰੀਏ ਫਿਰ। ਲੋਕਾਂ ਨਾਲ ਵਾਹ ਇੱਕ ਰਸਤੇ ਤੱਕ ਹੈ। ਹਜ਼ੂਰ ਨੇ ਸਾਨੂੰ ਦੱਸਿਆ ਹੈ ਕਿ ਕੁਬਦ ਜਿਹੜੀ ਮਾੜੀ ਮਨ ਦੀ ਅਵਸਥਾ ਹੈ, ਇਹ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਣ ਨਾਲ ਚਲੀ ਜਾਏਗੀ। ਮਨ ਨੂੰ ਸਾਧਣ ਦੀ ਲੋੜ ਹੈ। ਮਨ ਨੂੰ ਇੱਕ ਐਸੀ ਅਵਸਥਾ ਵਿੱਚ ਲਿਜਾਣ ਦੀ ਲੋੜ ਹੈ ਜਿੱਥੇ ਮੇਰੇ ਵਿਚਾਰ ਗਿਰ ਜਾਣ, ਔਰ ਵਿਚਾਰਾਂ ਤੋਂ ਪਰੇ ਮੈਂ ਸ਼ਬਦ ਦੇ ਰਸਤੇ ਇੱਕ ਸੀੜੀ ਤੇ ਚੜ੍ਹ ਕੇ ਇੱਕ ਇਹੋ ਜਿਹੀ ਅਵਸਥਾ ਦੇ ਦਰਸ਼ਨ ਕਰ ਸਕਾਂ ਜਿੱਥੇ ਮਹਾ ਆਨੰਦ ਹੈ। ਇਹ ਗੁਰੂ ਸ਼ਬਦ ਇਹ ਚਮਤਕਾਰ ਕਰ ਸਕਦਾ ਹੈ ਮੇਰੇ ਜੀਵਨ ਵਿੱਚ। ਇੱਕ ਦਿਨ ਕੀਰਤਨ ਕਰਦਾ ਕਰਦਾ ਗੁੰਮ ਹੀ ਹੋ ਜਾਏ ਇਨਸਾਨ, ਬਜਰ ਕਪਾਟ ਖੁੱਲ ਜਾਣ ਔਰ ਦਰਸ਼ਨ ਹੋ ਜਾਣ ਸਤ ਦੇ, ਸਦਾ ਵਿਗਾਸ ਜੀਵਨ ਵਿੱਚ ਉਤਰ ਜਾਏ। ਅਸੀਂ ਇਸ ਅਵਸਥਾ ਦੀ ਗੱਲ ਇਸ ਬਾਣੀ ਵਿੱਚ ਵਿਚਾਰਦੇ ਹਾਂ। ਜਦੋਂ ਮਹਾਰਾਜ ਨੂੰ ਸਿੱਧ ਪੁੱਛਦੇ ਹਨ, ਸੁਣ ਕਿੱਥੇ ਮਿਲੇਗਾ ਮਹਾਰਾਜ, ਇਹ ਸੁਣ ਦੀ ਗੱਲ ਚੱਲਦੀ ਹੈ ਸਾਹਿਬ। ਕਿਤਨੇ ਲੋਕ ਹਨ ਜਿਹੜਾ ਇਹ ਗਿਆਨ ਸਾਨੂੰ ਦੇ ਸਕਦੇ ਹਨ। ਸ਼ਾਇਦ ਮੁੱਠੀ ਵਿੱਚ ਵੀ ਗਿਣ ਨਹੀਂ ਪਾਵਾਂਗੇ, ਇੰਨੇ ਥੋੜੇ ਹਨ। ਗੱਲ ਤੇ ਸਾਡੇ ਪ੍ਰਸ਼ਨ ਦੀ ਹੈ। ਜੀਵਨ ਵਿੱਚ ਅਗਰ ਪ੍ਰਸ਼ਨ ਗਹਿਨ ਹੋਣਗੇ ਤਾਂ ਉਹਦਾ ਜਵਾਬ ਜ਼ਰੂਰ ਆਏਗਾ। ਪਰ ਹਜ਼ੂਰ ਨੇ ਦੱਸਿਆ ਹੈ ਕਿ ਸਿੰਸੈਰਿਟੀ ਹੋਣੀ ਚਾਹੀਦੀ ਹੈ। ਮਨ ਹੋਰ ਮੁਖ ਹੋਰ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਮੂੰਹ ਵਿੱਚ ਕੁਝ ਹੋਰ ਹੋਏ ਔਰ ਮਨ ਵਿੱਚ ਕੁਝ ਹੋਰ। ਅਗਰ ਮਨ ਦੀ ਤਹਿ ਤੇ ਜੀਵਨ ਦੇ ਤੱਤ ਗਿਆਨ ਦਾ ਪ੍ਰਸ਼ਨ ਉੱਠੇਗਾ ਤਾਂ ਉਹਦਾ ਜਵਾਬ ਜ਼ਰੂਰ ਆਏਗਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਔਰ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਇੱਕ ਸਾਨੂੰ ਬਹੁਤ ਹੀ ਪਿਆਰਾ ਬਚਨ ਕੀਤਾ ਹੈ। ਮੈਂ ਯਤਨ ਕਰਾਂਗਾ ਉਸ ਨੂੰ ਕੱਢਣ ਦਾ, ਕਿਉਂਕਿ ਉਹ ਬੜੀ ਕਮਾਲ ਦੀ ਗੱਲ ਹੈ। ਇੱਕ ਗਾਰੰਟੀ ਜੀ ਲੱਭਦੀ ਹੈ। ਗੁਰੂ ਨੇ ਜਦੋਂ ਕਿਹਾ ਕਿ ਗੁਰਮੁਖ ਖੋਜੇ ਭਏ ਉਦਾਸੀ, ਇਹ ਗੱਲ ਕੀ ਹੈ ਕਿ ਗੁਰੂ ਨਾਨਕ ਅੱਜ ਕਿੱਥੇ ਹਨ? ਅੱਜ ਅਗਰ ਮੈਨੂੰ ਲੱਗਦਾ ਹੈ, ਅਗਰ ਇਹ ਪ੍ਰਸ਼ਨ ਪੁੱਛਿਆ ਜਾਏ ਤਾਂ ਉਹਦਾ ਜਵਾਬ ਇਹਦੇ 'ਚ ਹੈ ਕਿ ਗੁਰਮੁਖ ਨੂੰ ਲੱਭਦਾ ਹੈ। ਗੁਰੂ ਕੀ ਕਰੇਗਾ ਸਾਨੂੰ? ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਸਾਡਾ ਆਵਾਗਮਨ ਮਿਟਾ ਦੇਗਾ, ਸਾਨੂੰ ਥਿਰ ਕਰ ਦੇਗਾ, ਸਾਨੂੰ ਸਦਾ ਲਈ ਵਿਗਾਸ ਨਾਲ ਜੋੜ ਦੇਗਾ। ਇਹ ਗੁਰੂ ਦਾ ਕੰਮ ਹੈ। ਜਦੋਂ ਹਜ਼ੂਰ ਨੂੰ ਪੁੱਛਦੇ ਹਨ
कित बिद पुरखा जन्म वटाया, काहे को तुझ एह मन लाया। सतगुर के जन्मे गमन मिटाया, अनहद राते एह मन लाया। ਇਹ ਮਨ ਨੂੰ ਲਗਾ ਦਿੱਤਾ ਉਸ ਵਿੱਚ। ਗੁਰਮੁਖ ਜੋਤ ਨਿਰੰਤਰ ਪਾਈ, ਮਨਸਾ ਆਸਾ ਸ਼ਬਦ ਜਲਾਈ। ਦੁਐਤ ਨੂੰ ਸ਼ਬਦ ਵਿੱਚ ਜਲਾ ਦਿੱਤਾ ਹੈ। ਮੇਰੀ ਕੋਈ ਥਾਟਸ ਹੀ ਨਹੀਂ ਰਹਿ ਗਈਆਂ ਹਨ, ਮੈਂ ਹੀ ਮਿਟ ਗਿਆ ਹੈ ਸ਼ਬਦ ਦੇ ਨਾਲ। ਇਹ ਸ਼ਬਦ ਦਾ ਰੋਲ ਹੈ ਕਿ ਮਨ ਦੇ ਤੱਤ ਗਿਆਨ ਵੱਲ ਮਨ ਨੂੰ ਟੋਰ ਦਿੰਦਾ ਹੈ। ਸ਼ਬਦ ਮਨ ਦੀ ਉਸ ਜੋਤ ਵੱਲ, ਮਨ ਦੇ ਉਸ ਆਨੰਦ ਵੱਲ ਇਸ ਸ਼ਬਦ ਨੂੰ ਨਿਰੰਤਰ ਘੜ ਘੜ ਕੇ ਲਿਜਾਂਦਾ ਹੈ। ਇਹ ਸ਼ਬਦ ਦਾ ਮਨ ਵਿੱਚ ਪ੍ਰਵੇਸ਼ ਕਰਨ ਦਾ ਰੋਲ ਹੈ, ਔਰ ਇਹਨੂੰ ਇੱਕ ਵਾਰ ਅਸੀਂ ਆਪਣੇ ਮਨ ਵਿੱਚ ਬਿਠਾਉਣਾ ਹੈ। ਮੈਂ ਆਪ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਹਾਂ। ਅਸੀਂ ਬਹੁਤ ਚਿਰ ਗੁਰੂ ਨਾਨਕ ਦੀ ਗੱਲ ਸ਼ਬਦ ਗੋਸ਼ਟ ਵਿੱਚ ਵਿਚਾਰੀ ਹੈ, ਸਿੱਧ ਗੋਸ਼ਟ ਵਿੱਚ ਵਿਚਾਰੀ ਹੈ। ਮੂਲ ਮੰਤਰ ਦੇ ਵਿੱਚ ਧਿਆਨ ਨਾਲ ਉਤਰ ਜਾਓ। ਮੈਂ ਐਕਸਪੀਰੀਅੰਸ ਬਹੁਤ ਛੋਟੀ ਉਮਰ ਵਿੱਚ ਐਕਸਪੀਰੀਅੰਸ ਕੀਤਾ ਸੀ ਕਿ ਜਦੋਂ ਬੈਠ ਕੇ ਬਾਣੀ ਪੜ੍ਹਦਾ ਹਾਂ ਔਰ ਅੱਖਾਂ ਮੀਚ ਕੇ ਸੁਣਦਾ ਹਾਂ ਤਾਂ ਮਨ ਬਿਲਕੁਲ ਬਦਲ ਜਾਂਦਾ ਹੈ। ਕੇਵਲ ਮੂਲ ਮੰਤਰ ਲੈ ਕੇ ਮੈਂ ਬੈਠ ਜਾਂਦਾ ਸੀ ਔਰ ਮਨ ਬਦਲ ਜਾਂਦਾ ਹੈ। ਇਸ਼ਨਾਨ ਕੀਤਾ, ਕਿਧਰੇ ਹਨੇਰੇ ਹੋਏ ਕੋਨੇ ਵਿੱਚ ਬੈਠ ਗਏ, ਮੂਲ ਮੰਤਰ ਦਾ ਅਭਿਆਸ ਕੁਝ ਸਮਾਂ ਕਰਦਾ ਰਿਹਾ। ਆਪ ਇਹਦਾ ਯਤਨ ਕਰਨਾ, ਗੁਰੂ ਨਾਨਕ ਸਾਹਿਬ ਮਿਲ ਜਾਣਗੇ। ਜਿਹੜੇ ਇਹ ਸਾਰੇ ਪ੍ਰਸ਼ਨ ਮਨ ਵਿੱਚ ਉੱਠਦੇ ਹਨ, ਮੇਰੇ ਦੁੱਖਾਂ ਔਰ ਸੁੱਖਾਂ ਬਾਰੇ, ਮੇਰੀ ਕਨਫਿਊਜ਼ਨਸ ਬਾਰੇ, ਉਹਦਾ ਇੱਕ ਦਰਵਾਜ਼ਾ ਖੁੱਲ ਜਾਏਗਾ। ਕੇਵਲ ਵੈਖਰੀ ਬਾਣੀ ਤੋਂ ਸ਼ੁਰੂ ਕਰੀਏ, ਬੋਲੀਏ ਸ਼ਬਦ ਨੂੰ ਔਰ ਫਿਰ ਉਸ ਨੂੰ ਸੁਣੀਏ ਅੱਖਾਂ ਬੰਦ ਕਰਕੇ। ਇਹਦਾ ਮਤਲਬ ਮਨ ਦੀ ਸਾਰੀ ਸੈਂਸਿਸ ਨੂੰ ਸ਼ਬਦ ਵਿੱਚ ਡਿਬੋ ਦੇਣਾ ਹੈ ਤਾਂ ਕਿ ਸ਼ਬਦ ਗੁਰੂ ਰੂਪ ਵਿੱਚ ਮਨ ਵਿੱਚ ਪ੍ਰਗਟ ਹੋ ਜਾਏ। ਅਸੀਂ ਬਹੁਤ ਕੁਝ ਸੁਣਦੇ ਹਾਂ, ਬਹੁਤ ਗੱਲਾਂ ਕਰਦੇ ਹਾਂ, ਬਟ ਅਸੀਂ ਇਹ ਗੱਲ ਨੂੰ ਪ੍ਰੈਕਟਿਸ ਨਾ ਅਗਰ ਕਰੀਏ ਤਾਂ ਸ਼ਾਇਦ ਸਾਨੂੰ ਸਮਝ ਨਹੀਂ ਆਏਗੀ ਸ਼ਬਦ ਦਾ ਮਤਲਬ ਕੀ ਹੈ। ਗੁਰੂ ਕਹਿ ਰਿਹਾ ਹੈ ਸਾਨੂੰ, ਗੁਰਮੁਖ ਖੋਜਤ ਭਏ ਉਦਾਸੀ। ਮੈਨੂੰ ਲੱਗਦਾ ਹੈ ਕਿ ਅੱਜ ਦੇ ਹਾਲਾਤ ਵੀ ਗੁਰੂ ਦੇ ਇਹੀ ਹਨ। ਗੁਰੂ ਨਾਨਕ ਸਾਹਿਬ ਵੀ ਉਦਾਸੀ ਵਿੱਚ ਨਿਕਲੇ ਹਨ, ਗੁਰਮੁਖ ਨੂੰ ਖੋਜਦੇ ਹੋਏ। ਜਿਹੜਾ ਇਹ ਤੱਤ ਦਾ ਪ੍ਰਸ਼ਨ ਪੁੱਛਦਾ ਹੈ ਜੀਵਨ ਦਾ, ਜਿਹੜਾ ਇਹਨਾਂ ਪ੍ਰਸ਼ਨਸ ਤੇ ਨੌਕ ਕਰਦਾ ਹੈ ਕਿ ਵਾਟ ਇਜ਼ ਦ ਰਿਐਲਿਟੀ ਆਫ ਲਾਈਫ, ਵੇਅਰ ਲਾਈਜ਼ ਮਾਈ ਹੈਪੀਨੈਸ, ਵੇਅਰ ਇਜ਼ दैट ਕੀ ਫਰੋਮ ਵਿਚ ਆਈ ਵਿਲ ਫਾਈਂਡ ਪੀਸ, ਵੇਅਰ ਇਜ਼ दैट ਡੋਰ ਫਰੋਮ ਵੇਅਰ ਆਈ ਫਾਈਂਡ ਸਟੇਬਿਲਿਟੀ ਐਂਡ ਕੰਪਲੀਟਨੈਸ, ਵੇਅਰ ਇਜ਼ दैट ਮੈਥਡ ਫਰੋਮ ਵਿਚ ਆਈ ਕੈਨ ਫਾਈਂਡ complete fulfillment in happiness, in anand. Where is that road which takes me to a home which is forever full of joy? Where is that? ਇਹ ਜਵਾਬ ਗੁਰੂ ਨਾਨਕ ਦੇ ਸ਼ਬਦ ਵਿੱਚ ਹੈ। ਹਜ਼ੂਰ ਦੇ ਇਹਨਾਂ ਸ਼ਬਦਾਂ ਦੇ ਰਾਹੀਂ ਸਾਨੂੰ ਇੱਕ ਰਸਤਾ ਮਿਲਦਾ ਹੈ ਜੀਵਨ ਬਦਲਣ ਦਾ। ਗੁਰਮੁਖ ਖੋਜਤ ਭਏ ਉਦਾਸੀ। ਮਹਾਰਾਜ ਕਹਿੰਦੇ ਨੇ ਸੱਚ ਵੱਖਰ ਕੇ ਹਮ ਬਣ ਜਾ ਰਹੇ। ਇਹ ਸਿਰਫ ਇੱਕ ਸਮੇਂ ਦੀ ਗੱਲ ਨਹੀਂ ਹੈ, ਗੁਰੂ ਸਦਾ ਲਈ ਹੈ। ਗੁਰੂ ਸਦਾ ਲਈ ਸੱਚ ਦਾ ਵਪਾਰੀ ਹੈ। ਉਸ ਸੱਚ ਨੂੰ ਮੈਂ ਵੀ ਢੂੰਡਦਾ ਹਾਂ, ਮੈਨੂੰ ਉਹਦਾ ਗਿਆਨ ਨਹੀਂ ਹੈ। ਉਹਦੇ ਕਾਰਨ ਮੈਂ ਕੁਬਦ ਵਿੱਚ ਗਿਰਿਆ ਹੋਇਆ ਹਾਂ, ਉਸ ਦੇ ਕਾਰਨ ਮੈਂ ਕੁਬਦ ਵਿੱਚ ਉਤਰਿਆ ਹੋਇਆ ਹਾਂ। ਮੇਰਾ ਮਨ ਭਟਕਦਾ ਰਹਿੰਦਾ ਹੈ, ਮੇਰਾ ਮਨ ਪਰੇਸ਼ਾਨ ਹੈ। ਔਰ ਫਿਰ ਹਜ਼ੂਰ ਨੇ ਇਸ ਸ਼ਬਦ ਵਿੱਚ ਸਾਨੂੰ ਦੱਸਿਆ, ਇਸ ਪਦੇ ਵਿੱਚ, ਕਿ ਝੋਟਾ ਖਾਂਦਾ ਹੈ।
ਗੁਰਮੁਖ ਝੋਟਾ ਖਾਂਦਾ ਹੈ। ਫਿਰ ਕਹਿੰਦੇ ਹਨ, ਕਿਉਂ ਤਤ ਨਾ ਬੂਝੇ ਝੋਟਾ ਖਾਏ। ਇਸ ਜੀਵਨ ਦਾ ਤਤ ਨਹੀਂ ਜਾਣਿਆ ਹੈ ਮਹਾਰਾਜ, ਝੋਟ ਲੱਗਦੀ ਹੈ। ਇਹਦਾ ਮਤਲਬ ਕੀ ਹੈ? ਹਾਰਵਰਡ ਵਿੱਚ ਮਾਸਟਰਸ ਕਰਕੇ ਵੀ ਝੋਟਾ ਖਾਓਗੇ। ਸਭ ਕੁਝ ਦੁਨੀਆ ਵਿੱਚ ਮਿਲ ਗਿਆ, ਝੋਟਾ ਫਿਰ ਵੀ ਖਾਵਾਂਗੇ। ਸਕਸੈਸ ਦਾ ਸ਼ਿਖਰ ਦੁਨੀਆ ਦਾ ਦੇਖ ਲਿਆ, ਝੋਟਾ ਫਿਰ ਵੀ ਖਾਵਾਂਗੇ। Pain will visit us if we don't know the source of our inner happiness. There lies the key. If we are not connected to our inner source of reality, of stability, then we are disconnected from our own peace and happiness. Every other door we will find pain. क्योंकि हर जगह फिर मैं उम्मीदां नाल जाना हाँ और वो मेरे दुख का कारण बनता है। हजूर दी इस गल नूं असी जाणीए कि ना जाणीए, पर साहिब ने सानू एक रस्ता खोलिया है। दूजे प्रश्न विच साहिब नूं कहा है, क्यों तत ना बूझे झोटा खाए। तो उहदा आंसर 56वें पदे विच इस तरह साहिब दे रहे हैं, तत ना चीने मनमुख जल जाए। तत नूं नहीं जाणिया तां जल जावांगे। मनमुख नूं असी आए नाल मिला दईए, मैं मनमुख हाँ, मैं जल जावांगा। मैं किवें जल जावांगा महाराज? समय नाल मैं खत्म हो जावांगा, क्योंकि मेरी यह ईगो ए ट्रांजिएंट है, चेंजिंग है, ए परमानेंट नहीं है। ए सिर्फ परसोना है, ए उपरला मुखड़ा है मेरा। अंतर विच एक इहो जी जोत है जिहड़ी सदाली है। वो तो सदा रहेगी, पर यह मेरा परसोना बदल जाएगा, चेंज हो जाएगा। उस वेले आइडेंटिटी मुक जाएगी। जदों मैं तत्त नूं नहीं जानदा, चीने यानी जानना, तत्त ना चीने, तत्त नूं नहीं जानदा, मनमुख जल जाए तो जल जावांगे, समय नाल खत्म हो जावांगे। वट एवर बी स्पेस टाइम एंड कॉज ते डिपेंडेंट हाँ। जदों ਉਹਦੇ ਹੁਕਮ ਦੇ ਅਨੁਸਾਰ, ਮੈਥਡਸ ਔਰ ਲॉज ਦੇ ਅਨੁਸਾਰ ਅਸੀਂ ਫਿਰ ਖਤਮ ਹੋ ਜਾਵਾਂਗੇ। ਤਤ ਨਾ ਚੀਨੇ, ਇਹਦਾ ਮਤਲਬ there are no real escape routes। ਜੋ ਅਸੀਂ ਸ਼ਾਇਦ ਸੋਚਦੇ ਹਾਂ ਕਿ ਸਾਡਾ ਤੇ ਕੁਝ ਨਹੀਂ ਵਿਗੜੇਗਾ, ਪਰ ਹਜੂਰ ਕਹਿੰਦੇ ਹਨ ਕਿ ਨਹੀਂ ਜਾਣਿਆ ਤਤ ਨੂੰ ਤਾਂ ਜਲ ਜਾਵਾਂਗੇ। ਇਹ ਮੇਰੇ ਬਾਰੇ, ਇਹਦਾ ਰਿਲੇਸ਼ਨ ਮੇਰੇ ਨਾਲ ਹੈ। मैं समय नाल खत्म हो जावांगा, क्योंकि मैं उस मन नूं जाणिया नहीं जिहड़ा सदाली है। नानक भगतां सदा विगास, उस सदा नूं मैं नहीं कमाया है। कमा सकदा हाँ, ऑपरचुनिटी है। भई प्राप्त मानुख दे हुरिया, ये मनुख जन्म एक ऑपरचुनिटी है। गोबिंद मिलन की है तेरी बरिया, दिस इज द टाइम। सतगुर के जन्म में गमन मिटाया। हजूर कहते हैं कि मनमुख जल जाएगा, दुरमत विछड़ झोटा खाए। दुरमत जिहड़ी मैनू समय दे अंदर ही सीमित रखती है, वो मत जिहड़ी मैनू बाहरले रैफरेंस दे विच जीना सिखाती है। जिवें सात्र कहता है, द हेल इज द अदर पीपल। मैं दूसरे तो अपने आप नूं नापदा हाँ हमेशा, तो जौं पाल सात्र कहता है नरक है। मेरा रेफरेंस दूसरे दे कोल है, यह मेरा नरक है। इस तरह मैं जीवन जी रहा हाँ। मेरा सुख दुख भी दूजे दे हथ विच है।
मेरा जीवन भी दूजे दे हथ विच है। और अगर इस तरह देखो तो वी आर ऑल स्लेव्स ऑफ द अदर। ये बाहरले जीवन की यह हालात है। मास्टर सिर्फ वही है जिहड़े अपने मन का मालक है। उहदे कोल एक गुफा है सहज दी, जिहड़ी गल साहिब ने कुछ पदां पहलां कीती सी कि सहज दी एक गुफा है जिथे मैं इंसुलेटिड हाँ बाकी सारी दुनिया तो। और यह बड़ा कमाल का शब्द है सहज। महाराज ने इस गल नूं फिर सानू इशारतन समझाया भी है। सहज पाए मिलिए सुख होवे, सुन शब्द अपरंपर तारे। तो यह कित्थे है गुफा? फिर यह किधरे मन में ही होएगी ना। इहो जी अवस्था जिहदे च जाके मैं सुन्न हो जाना हाँ, दुनिया तो बिल्कुल डिस्कनैक्ट हो जाना हाँ। ਜਿਹੜਾ जन इस अवस्था ਨੂੰ ਜਾਣਦਾ है, ਮੈਨੂੰ लगता मास्टर की गल ਇਹਦੇ ਚ ਹੀ है। ਉਸ ਨੂੰ ਗਿਆਨ है दुनिया का। ਹੁਣ ਉਸ ਤੋਂ सब कुछ भी लै लवांगे तो कुछ नहीं लै पावांगे, क्योंकि ਉਹਦੇ ਕੋਲ ਉਹਦਾ आनंद तो सदा ਲਈ है। होर ਅਸੀਂ की भालते हैं दुनिया तो? सुख ही तो भालते हैं, होर की है इत्थे? ਇਹ सारी एक्सपीरियंस सर्च सुख दे वास्ते ही है, होर काहदे वास्ते है? पर जे वो सुख मेरे नाल सदा ਲਈ है तो फिर दुनिया भी लै लवांगे उन्हां तो की लै लवांगे? कुछ भी नहीं लै लवांगे। बल्कि उन्हां कोल सदा ਲਈ रहण दा एक जरिया है, सदा ਲਈ होण दा एक मैथड आ गया उन्हां कोल। दूजा जाए इकत करा ने। गुरु साहब ने सानू एक सहज गुफा की गल भी चलाई सी। असी उस अवस्था की गल भी जानते हाँ। नाम अभ्यास नाल उत्थे जा सकते हाँ। डिवाइडेड माइंड नाल दुनिया का की हाल हो रहा सानू दिखता पिया है। कॉन्फ्लिक्टेड माइंड है पूरा। कॉन्फ्लिक्ट तो दुनिया भरी जा रही है। फिर की रास्ता है महाराज? हजूर कहते हैं दुरमत विछड़ झोटा खाए। जब मैं तत्त ज्ञान तो विछड़ गया, जब मैं अपने तत्त तो विछड़ गया, अपनी रियलिटी तो टुट गया, तो झोटा खावांगा, पेन ते विच उतरांगा। तो जदों पेन विच उतरीए यह जाणीए कि क्यों है कारण उहदा, उत्थे फिर दुख मेरा सल्यूशन भी बन सकता है। दुख दारू सुख रोग पिया। जब मैं दुख विच समझ लिया कि मैं टुटिया होया हाँ, इस करके दुखी हाँ, तो फिर जुड़ना बनता है। तो फिर उस अवस्था नू जानना बनता है जिहदे विच सदा विकास है। कमाल दी बाणी साहिब ने प्रगट की है। दूसरी पंक्ति का जिहड़ा प्रश्न सी उहदा जवाब सानू 56वीं पौड़ी दे विच मिला है। अगे हजूर सानू दसदे हन, जम दरबादे क्यों ना राखे, कोई ना राखे, बिन शब्दे नाही पत साखे। साख नहीं बनती, पत नहीं रहिंदी। जम दरबादे, जम दे दरवाजे विच, यानी जिथे मेरी ईगो सेंटर्ड माइंड डिस्ट्रॉय हो जाएगा, मेरी आइडेंटिटी खत्म हो जाएगी। जम जो शरीर मुक जाएगा, जम का दरवाजा जिथे कर्मा का हिसाब देना पेगा। जम दरबादे
ਉਸ ਦੇ ਬੰਧਨ ਵਿੱਚ ਮੈਂ ਹਾਂ। ਉਹ ਬੰਧਨ ਮੈਨੂੰ ਪੇਨ ਦੇਗਾ ਔਰ ਉੱਥੇ ਮੈਨੂੰ ਕੋਈ ਬਚਾ ਨਹੀਂ ਪਾਏਗਾ। ਹੁਣ ਉੱਥੋਂ ਫਿਰ ਕੌਣ ਬਚਾਏਗਾ? ਮਹਾਰਾਜ। ਜਮ ਦਰਬਾਦੇ। ਦਰਅਸਲ ਗੱਲ ਕੀ ਹੈ ਕਿ ਇਹ ਜਿਹੜਾ ਜਮ ਹੈ ਇਹਦਾ ਐਕਸਪੀਰੀਅੰਸ ਵੀ ਮਾਨਸਿਕ ਲੈਵਲ ਤੇ ਹੀ ਹੋਏਗਾ। ਜਦੋਂ ਮੇਰੀ ਪੂਰੀ ਆਈਡੈਂਟਿਟੀ ਜਿਸ ਨੂੰ ਮੈਂ ਕ੍ਰੀਏਟ ਕੀਤਾ ਸਾਰੇ ਜਨਮ, ਉਹ ਮੇਰੇ ਤੋਂ ਲਈ ਜਾਏਗੀ ਸਮੇਂ ਵਿੱਚ, ਤਾਂ ਮੇਰਾ ਕੰਪਲੀਟ ਡਿਸਟਰਕਸ਼ਨ ਹੋ ਜਾਏਗਾ। ਜਿਸ ਨੂੰ ਮੈਂ ਖੜਾ ਕੀਤਾ ਤਾਂ ਰਹਿ ਕੀ ਜਾਏਗਾ? ਉਹਦਾ ਗਿਆਨ ਮੇਰੇ ਕੋਲ ਹੈ ਨਹੀਂ। ਉਹ ਸਹਿਜ ਗੁਫਾ ਮੇਰੇ ਕੋਲ ਨਹੀਂ ਹੈ। ਤਾਂ ਮਹਾਰਾਜ ਨੇ ਦੱਸਿਆ ਹੈ ਕਿ ਬਿਨ ਸ਼ਬਦੇ ਨਾ ਹੀ ਪਤ ਸਾਖੇ। ਬਿਨਾਂ ਸ਼ਬਦ ਦੇ, ਬਿਨਾਂ ਮਨ ਵਿੱਚ ਸ਼ਬਦ ਨੂੰ ਉਤਾਰੇ, ਬਿਨਾਂ ਉਸ ਸ਼ਬਦ ਦੇ ਮਨ ਦੇ ਐਕਸਪੀਰੀਅੰਸ ਦੇ ਵਿੱਚ ਪਤ ਨਹੀਂ ਰਹੇਗੀ, ਇੱਜ਼ਤ ਨਹੀਂ ਰਹੇਗੀ। ਯਾਨੀ ਕਿ ਜੀਵਨ ਸਕਸੈਸਫੁਲ ਨਹੀਂ ਰਹੇਗਾ ਸਪਿਰਿਚੁਅਲ ਲੈਵਲ ਤੇ। ਬਾਕੀ ਸਕਸੈਸ ਤਾਂ ਦੁਨੀਆ ਪਰਖਦੀ ਹੈ ਸਾਨੂੰ, ਪਰ ਅਧਿਆਤਮਕ ਲੈਵਲ ਤੇ, ਸਪਿਰਿਚੁਅਲ ਲੈਵਲ ਤੇ ਸਕਸੈਸ ਕੀ ਹੈ? ਜਦੋਂ ਮੇਰੇ ਤੋਂ ਸਭ ਕੁਝ ਕੋਈ ਲੈ ਲੇ ਫਿਰ ਵੀ ਮੈਂ ਹੋਵਾਂ। ਨਾਨਕ ਭਗਤਾਂ ਸਦਾ ਵਿਗਾਸ। ਸੋ ਹੈਪੀਨੈਸ ਵਿਦਆਊਟ ਰੀਜ਼ਨ, ਆਨੰਦ, ਉਹਦੀ ਪ੍ਰਾਪਤੀ ਇੱਕ ਉਹਦਾ ਲੱਛਣ ਹੈ। ਫਿਰ ਜਦ ਮੈਂ ਫਿਜ਼ੀਕਲ ਜੀਵਨ ਤੇ ਡਿਪੈਂਡੈਂਟ ਨਹੀਂ ਹਾਂ ਅਗਰ, ਤਾਂ ਮੈਨੂੰ ਬਾਰ-ਬਾਰ ਫਿਰ ਜਨਮ ਦੀ ਲੋੜ ਨਹੀਂ ਹੈ। ਨਹੀਂ ਤਾਂ ਮੈਨੂੰ ਬਾਰ-ਬਾਰ ਇਸ ਸਾਈਕਲ ਆਫ ਚੇਂਜ ਵਿੱਚ ਆਉਣਾ ਪਏਗਾ, ਕਿਉਂਕਿ ਮੇਰੇ ਕੋਲ ਨੌਲੇਜ ਕਿਸੇ ਹੋਰ ਜੀਵਨ ਦੀ ਨਹੀਂ ਹੈ। ਤਾਂ ਮੈਂ ਇਸੇ ਨੂੰ ਰੀਵਿਜ਼ਿਟ ਕਰਦਾ ਰਵਾਂਗਾ। ਇਟ ਬਿਕਮਸ ਮਾਈ ਨੀਡ। ਮਹਾਰਾਜ ਫਿਰ ਇੱਕ ਹੋਰ ਪ੍ਰਸ਼ਨ ਆਉਂਦਾ ਹੈ ਸਾਹਮਣੇ, ਕਿਉਂ ਕਰ ਬੂਝੇ ਭਾਵੇਂ ਪਾਰ। ਹਜੂਰ ਨੇ ਇੱਕ ਬੜਾ ਤੱਤ ਦਾ ਪ੍ਰਸ਼ਨ ਪੁੱਛ ਲਿਆ। ਹੁਣ ਹਜੂਰ ਨੂੰ ਪੁੱਛ ਲਿਆ ਗਿਆ ਸਿੱਧਾ ਤੋਂ, ਕਿਉਂ ਕਰ ਬੂਝੇ, ਕਿਵੇਂ ਬੁੱਝਾਂਗੇ, ਕਿਵੇਂ ਜਾਣਾਂਗੇ, ਕਿਵੇਂ ਪਾਰ ਜਾਈਏ ਇਸ ਤੋਂ? ਇਸ ਮਨ ਦੀ ਅਵਸਥਾ ਤੋਂ ਪਾਰ ਉਸ ਮਨ ਵਿੱਚ ਕਿਵੇਂ ਜਾਵਾਂ ਮੈਂ, ਜਿੱਥੇ ਨਿਰੰਕਾਰ ਦੀ ਵਰਖਾ ਹੋ ਰਹੀ ਹੈ, ਆਨੰਦ ਦਾ ਐਕਸਪੀਰੀਅੰਸ ਰਿਵੀਲ ਹੋ ਰਿਹਾ ਹੈ, ਜਿੱਥੇ ਸਦਾ ਵਿਗਾਸ ਚੱਲਦਾ ਪਿਆ ਹੈ। ਉਹ ਮੇਰੇ ਮਨ ਦੀ ਜਿਹੜੀ ਅਵਸਥਾ, ਜਿਹੜਾ ਮੇਰੇ ਨਾਲ ਹੈ, ਉਸ ਨੂੰ ਮੈਂ ਕਿਵੇਂ ਜਾਣਾ? ਹਜੂਰ ਨੂੰ ਪੁੱਛਦੇ ਹਨ ਸਿੱਧ, ਕਿਉਂ ਕਰ ਬੁਝੇ ਭਾਵੇਂ ਪਾਰ। ਕਿਸ ਤਰ੍ਹਾਂ ਬੁੱਝਾਂਗੇ ਉਸ ਨੂੰ? ਕਿਵੇਂ ਪਾਰ ਜਾਈਏ ਇਸ ਮਨ ਤੋਂ? ਮਹਾਰਾਜ ਕਹਿੰਦੇ ਹਨ, ਸਤਿਗੁਰ ਭੇਟੇ ਮੋਖ ਦੁਆਰ। ਇਹ ਮੁਕਤੀ ਦਾ ਦਰਵਾਜ਼ਾ ਹੈ, ਗੁਰੂ ਨੂੰ ਮਿਲਣਾ। ਔਰ ਗੁਰੂ ਨੂੰ ਅਸੀਂ ਸ਼ਬਦ ਦੇ ਰਾਹੀਂ ਡਿਫਾਈਨ ਕਰ ਰਹੇ ਹਾਂ ਇਸ ਵੇਲੇ। ਪੁਰਾਤਨ ਸਿੱਖਾਂ ਦੇ ਵਿੱਚੋਂ ਦੀ ਕਥਾ ਅਗਰ ਅਸੀਂ ਸੁਣੀਏ ਤਾਂ ਕਈ ਵਾਰ ਲੌਜਿਕ ਤੋਂ ਪਰੇ ਚਲੀ ਜਾਂਦੀ ਹੈ। ਪਰ ਗੁਰੂ ਦੇ ਹੁਕਮ ਨੂੰ ਅਗਰ ਮੰਨਦਾ ਹਾਂ ਮੈਂ, ਤਾਂ ਮਨ ਨੂੰ ਤਿਆਗਣ ਦੀ ਇੱਕ ਵਿਧੀ ਬਣ ਜਾਂਦਾ ਹੈ। ਆਪ ਸਮਝ ਲਓ ਗੱਲ ਨੂੰ। ਮੇਰਾ ਮਨ ਲੌਜਿਕ ਤੋਂ ਗਵਰਨ ਹੁੰਦਾ ਹੈ। ਲੌਜਿਕ ਵਰਡ ਗ੍ਰੀਕ ਥਾਟ ਤੋਂ ਆਇਆ ਹੈ, ਉਹਦਾ ਰੂਟ ਵਰਡ ਹੈ ਲੋਗੋਸ। ਤਾਂ ਮੇਰਾ ਮਨ ਉਸ ਲੌਜਿਕ ਦੇ ਬੇਸ ਤੇ ਚੱਲਦਾ ਹੈ। ਪਰ ਅਗਰ ਮੈਂ ਉਸ ਨੂੰ ਤਿਆਗਣਾ ਜਾਣ ਲਵਾਂ, ਇਸ ਮਨ ਨੂੰ ਮੈਂ ਕਿਵੇਂ ਤਿਆਗਾਂ? ਗੁਰੂ ਦੇ ਹੁਕਮ ਨੂੰ ਮੰਨਣਾ ਇੱਕ ਵਿਧੀ ਹੈ। ਮੈਂ ਗੁਰੂ ਦੇ ਹੁਕਮ ਨੂੰ ਆਪਣਾ ਆਰਡਰ ਮੰਨ ਲੈਂਦਾ ਹਾਂ, ਤਾਂ ਫਿਰ ਇਸ ਮਨ ਨੂੰ ਤਿਆਗਣਾ ਸ਼ੁਰੂ ਕਰ ਦਿੰਦਾ ਹਾਂ। ਫਿਰ ਮੇਰਾ ਜੀਵਨ ਦਾ ਆਧਾਰ ਗੁਰੂ ਦਾ ਹੁਕਮ ਬਣ ਜਾਂਦਾ ਹੈ। ਅਸੀਂ ਗੁਰੂ ਦਾ ਸ਼ਬਦ ਜਾਣਾਂਗੇ ਇੱਥੇ। ਹੁਕਮ ਸ਼ਬਦ ਗੁਰੂ ਹੈ।
ਔਰ ਇਸ ਹੁਕਮ ਨੂੰ ਮਨ ਵਿੱਚ ਉਤਾਰਨਾ, ਮਨ ਨੂੰ ਉਸ ਚੇਂਜਿੰਗ ਮਾਈਂਡ ਤੋਂ ਤੋੜਨ ਦਾ ਆਰੰਭ ਹੈ। ਇਹ ਨਹੀਂ ਹੈ ਕਿ ਉਹ ਮਨ ਨਹੀਂ ਰਹੇਗਾ, ਉਹ ਰਹੇਗਾ। ਉਹ ਵਰਤਨ ਵਾਸਤੇ ਹੈ, ਉਹ ਜੀਵਨ ਵਾਸਤੇ ਹੈ, ਉਹ ਜੀਵਨ ਵਿੱਚ ਵਿਚਰਨ ਵਾਸਤੇ ਹੈ। ਪਰ ਉਸ ਤੋਂ ਅਲੱਗ ਇੱਕ ਮਨ ਦੀ ਅਵਸਥਾ ਅਸੀਂ ਜਾਣ ਸਕਾਂਗੇ ਫਿਰ। ਇਸ ਤਰ੍ਹਾਂ ਮੈਨੂੰ ਲੱਗਦਾ ਹੈ, ਜਾਣਦਾ ਨਹੀਂ ਹਾਂ ਮੈਂ ਵੀ। ਸਤਿਗੁਰ ਭੇਟੇ ਮੋਖ ਦੁਆਰ, ਤਾਂ ਫਿਰ ਆਜ਼ਾਦ ਹੋ ਜਾਵਾਂਗੇ। ਗੁਰੂ ਦੇ ਸ਼ਬਦ ਨਾਲ ਉਸ ਮਨ ਨੂੰ ਮਿਲ ਲਵਾਂਗੇ ਜਿਸ ਤੋਂ ਸਾਨੂੰ ਕੋਈ ਤੋੜ ਨਹੀਂ ਸਕੇਗਾ। ਫਿਰ ਉਸ ਤੋਂ ਅਸੀਂ ਜੁੜੇ ਰਵਾਂਗੇ। ਜਦੋਂ ਲੋੜ ਹੋਏਗੀ, ਸਤਿਗੁਰ ਭੇਟੇ ਮੋਖ ਦੁਆਰ। ਇਹ ਜਵਾਬ ਹੈ ਪ੍ਰਸ਼ਨ ਦਾ, ਕਿਉਂ ਕਰ ਬੂਝੇ ਪਾਵੇ ਪਾਰ। ਸ਼ਬਦ ਨੂੰ ਗੁਰੂ ਵਿੱਚ, ਮਨ ਵਿੱਚ ਅਪਣਾ ਲਈਏ ਤਾਂ ਗੁਰੂ ਨਾਨਕ ਨੂੰ ਮਨ ਵਿੱਚ ਬਿਠਾ ਲਵਾਂਗੇ। ਬੀਜ ਬੋ ਦਿਆਂਗੇ ਇੱਕ ਸਪਿਰਿਚੁਅਲ ਜਰਨੀ ਦਾ, ਜਿਹੜਾ ਸਾਨੂੰ ਚੇਂਜ ਕਰਦਾ ਹੈ ਸਦਾ ਲਈ, ਜਿਹੜਾ ਇਸ ਦੁਨੀਆ ਤੋਂ ਪਰੇ ਲੈ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਨਾਨਕ ਮਨਮੁਖ ਨਾ ਬੂਝੇ ਗਵਾਰ। ਨਾਨਕ ਮਨਮੁਖ ਨਾ ਬੂਝੇ ਗਵਾਰ। ਜੋ ਮਨਮੁਖ ਲੈਵਲ ਤੇ ਹੀ ਰਹਿ ਗਿਆ ਹੈ, ਉਸ ਚੇਂਜਿੰਗ ਮਾਈਂਡ ਦੀ ਹੀ ਲੈਵਲ ਤੇ ਰਹਿ ਗਿਆ ਹੈ, ਸਾਹਿਬ ਕਹਿੰਦੇ ਹਨ ਉਹ ਗਵਾਰ ਹੈ, ਉਹਨੂੰ ਗਿਆਨ ਨਹੀਂ ਹੈ। ਮਨ ਦੀ ਰਿਐਲਿਟੀ ਕੁਝ ਹੋਰ ਹੈ, ਉਹ ਜੀ ਕੁਝ ਹੋਰ ਰਿਹਾ ਹੈ। ਫਿਰ 56ਵੀਂ ਪੌੜੀ ਦੇ ਵਿੱਚ ਸਾਹਿਬ ਅਖੀਰਲੇ ਪਦੇ ਵਿੱਚ ਕਹਿੰਦੇ ਹਨ, ਮਾਨੇ ਹੁਕਮ ਸਭੇ ਗੁਣ ਗਿਆਨ। ਹੁਕਮ ਸ਼ਬਦ ਨੂੰ ਜਾਣ ਲੈਣਾ ਹੁਕਮ ਮੰਨਣਾ ਹੈ। ਜਾਂ ਅਸੀਂ ਸਮਝ ਲਈਏ ਕਿ ਕਿਸੇ ਸਬਜੈਕਟ ਦਾ ਕੋਈ ਮਾਸਟਰ ਹੈ, ਜਾਂ ਕੋਈ ਗੇਮ ਨੂੰ ਮੈਂ ਖੇਡਣਾ ਚਾਹੁੰਦਾ ਹਾਂ ਔਰ ਉਸ ਗੇਮ ਨੂੰ ਮੈਂ ਆਪਣੇ ਆਪ ਹੀ ਸਿੱਖਣਾ ਚਾਹੁੰਦਾ ਹਾਂ, ਪਰ ਮੈਨੂੰ ਆ ਨਹੀਂ ਰਹੀ, ਤਾਂ ਮੈਂ ਮਾਸਟਰ ਕੋਲ ਜਾਵਾਂਗਾ। ਉਹ ਮੈਨੂੰ ਦੱਸੇਗਾ ਕਿ ਕਿਵੇਂ ਇਹਨੂੰ ਠੀਕ ਤਰ੍ਹਾਂ ਖੇਡਣਾ ਹੈ, ਉਹ ਸਿਖਾਏਗਾ, ਤਾਂ ਫਿਰ ਮੈਂ ਇਹਨੂੰ ਖੇਡ ਪਾਵਾਂਗਾ। ਮਾਨੇ ਹੁਕਮ। ਜੀਵਨ ਵੀ ਇੱਕ ਖੇਡ ਦੀ ਤਰ੍ਹਾਂ ਹੈ। ਇਸ ਨੂੰ ਕੌਣ ਜਾਣਦਾ ਹੈ? ਇਸ ਨੂੰ ਗੁਰੂ ਜਾਣਦਾ ਹੈ। ਅਸੀਂ ਗੁਰੂ ਨੂੰ ਸਰੀਰ ਨਹੀਂ ਜਾਣ ਰਹੇ, ਅੱਜ ਦੇ ਤਰੀਕੇ 'ਚ ਨਹੀਂ ਜਾਣ ਰਹੇ, ਸ਼ਬਦ ਜਾਣ ਰਹੇ ਹਾਂ। ਜਾਂ ਅਗਰ ਗੁਰੂ ਨਾਨਕ ਸਾਹਿਬ ਨੂੰ ਜਾਣੀਏ ਤਾਂ ਗੁਰੂ ਨਾਨਕ ਨੂੰ ਗੁਰੂ ਜਾਣਦੇ ਹਾਂ। ਗੁਰੂ ਨਾਨਕ ਦਾ ਹੁਕਮ ਸ਼ਬਦ ਹੈ। ਜਦੋਂ ਸ਼ਬਦ ਨੂੰ ਮਨ ਵਿੱਚ ਬਿਠਾਉਂਦਾ ਹਾਂ ਤਾਂ ਮੈਂ ਆਪਣੇ ਹੁਕਮ ਨੂੰ ਆਪਣੇ ਸ਼ਬਦ ਵਿੱਚ ਜੋੜ ਲੈਂਦਾ ਹਾਂ ਮਨ ਨੂੰ। ਫਿਰ ਮੈਂ ਆਪਣੀ ਮਰਜ਼ੀ ਨਹੀਂ ਕਰਦਾ ਹਾਂ, ਹੁਕਮ ਦੇ ਅਨੁਸਾਰ ਜੀਵਨ ਚਲਾਉਂਦਾ ਹਾਂ। ਤਾਂ ਮੈਂ ਮਾਲਕ ਸ਼ਬਦ ਗੁਰੂ ਨੂੰ ਬਣਾ ਲਿਆ। ਫਿਰ ਜਦ ਮੈਨੂੰ ਸ਼ਬਦ ਉਸ ਮਨ ਦੀ ਅਵਸਥਾ ਨਾਲ ਅਗਰ ਕਦੇ ਜੋੜ ਦਿੰਦਾ ਹੈ, ਗੁਰੂ ਦੀ ਕਿਰਪਾ ਨਾਲ, ਗੁਰੂ ਪ੍ਰਸਾਦ ਨਾਲ, ਤਾਂ ਹਜ਼ੂਰ ਕਹਿੰਦਾ ਸਭੇ ਗੁਣ ਗਿਆਨ। ਸਾਰੀ ਜੀਵਨ ਔਰ ਸ੍ਰਿਸ਼ਟੀ ਦਾ ਗੁਣ ਔਰ ਸਾਰੇ ਗਿਆਨ ਉੱਥੇ ਬੈਠੇ ਹਨ। ਇਹਦਾ ਇਹ ਮਤਲਬ ਨਹੀਂ ਕਿ ਮੇਰੇ ਕੋਲ ਸੌਲਟ ਦਾ ਫਾਰਮੂਲਾ ਪਤਾ ਰਹੇਗਾ ਜਾਂ ਸਾਰੀ ਕਿਤਾਬਾਂ ਦਾ ਗਿਆਨ ਹੋ ਜਾਏਗਾ, ਜਾਂ ਜੋ ਵੀ ਮੇਰੇ ਤੋਂ ਆਪ ਪ੍ਰਸ਼ਨ ਪੁੱਛੋਗੇ ਮੈਨੂੰ ਪਤਾ ਹੋਏਗਾ, ਜਾਂ ਕਿਸੇ ਜਗ੍ਹਾ ਦੀ ਡਾਇਰੈਕਸ਼ਨਸ ਤੁਸੀਂ ਕਹੋ ਤੇ ਮੈਨੂੰ ਗਿਆਨ ਹੋਏਗਾ। ਇਹ ਸਭ ਨੋਨ ਮਾਈਂਡ ਦੀ ਫੈਕਟਰਸ ਹਨ। ਉਸ ਅਨਨੋਨ ਮਾਈਂਡ ਦੀ ਗੱਲ ਚੱਲਦੀ ਹੈ, ਜਿੱਥੇ ਦੁਨੀਆ ਦਾ ਸੁੱਖ ਵਿਕਾਸ ਵਿੱਚ ਬਹਿ ਰਿਹਾ ਹੈ, ਇੱਕ ਆਨੰਦ ਦਾ ਦਰਿਆ ਬਹਿ ਰਿਹਾ ਹੈ। ਮੈਨੂੰ ਉਹਦਾ ਗਿਆਨ ਹੋ ਜਾਏਗਾ ਔਰ ਉਹੀ
ਸਾਰੇ ਜੀਵਨ ਦਾ ਤਤ ਗਿਆਨ ਹੈ। ਜੇ ਉਹ ਮਿਲ ਗਿਆ ਤਾਂ ਸਾਰੇ ਜੀਵਨ ਦਾ ਨਿਚੋੜ ਮਿਲ ਗਿਆ। ਜੇ ਉਹ ਨਹੀਂ ਮਿਲਿਆ ਤਾਂ ਸਭ ਕੁਝ, ਸਾਰੀ ਕਿਤਾਬਾਂ ਜਾਣ ਕੇ ਵੀ ਕੁਝ ਨਹੀਂ ਜਾਣਿਆ। ਮਹਾਰਾਜ ਕਹਿੰਦੇ ਨੇ, ਮਾਨੇ ਹੁਕਮ ਸਭ ਬਹਿ ਗੁਣ ਗਿਆਨ, ਨਾਨਕ ਦਰਗਹਿ ਪਾਵੇ ਮਾਨ। ਦਰਗਾਹ, ਸਾਰੀ ਸ੍ਰਿਸ਼ਟੀ ਦਰਗਾਹ ਹੈ ਉਹਦੀ। ਪਾਵੇ ਮਾਨ ਦਾ ਅਰਥ ਹੈ ਕਿ ਮਨ ਦੇ ਵਿੱਚ ਜਿਹੜਾ ਵਿਕਾਸ ਹੈ, ਸਕਸੈਸ ਹੈ, ਉਹ ਪ੍ਰਾਪਤ ਹੋ ਗਿਆ ਹੈ, ਮਨ ਨੂੰ ਜਿੱਤ ਲਿਆ ਹੈ। ਹੁਣ ਸਾਡਾ ਸੁੱਖ ਕਿਸੇ ਹੋਰ ਤੇ ਡਿਪੈਂਡੈਂਟ ਨਹੀਂ ਹੈ, ਕਿਸੇ ਕੰਡੀਸ਼ਨ ਦੇ ਨਾਲ ਰਿਵੀਲ ਨਹੀਂ ਹੋ ਰਿਹਾ, ਆਜ਼ਾਦ ਹੈ। ਹੁਣ ਬੜੀ ਨਿਰਾਲੀ ਜੀ ਬਾਣੀ ਹੈ, ਅਧਿਆਤਮ ਦੇ ਉਹਨਾਂ ਸਿਖਰਾਂ ਨੂੰ ਛੂ ਰਹੀ ਹੈ ਜਿਹੜੀ ਸ਼ਾਇਦ ਹੀ ਅਸੀਂ ਕਦੇ ਵਿਚਾਰੀਏ। From this aspect, it's really a pleasant journey to go through these padas. जीवन बारे कुछ ज्ञान मिलता है। अगर प्रश्न पूछा जाए what is life, these are the answers to what is life. मन बेचे सतगुर के पास, मन ਨੂੰ ਸ਼ਬਦ ਨਾਲ ਜੋੜਨਾ ਹੈ ਤੇ ਸੇਵਕ ਕੇ ਕਾਰਜ ਰਾਸ। ਜਦੋਂ ਇਸ ਬਾਣੀ ਨੂੰ ਅਸੀਂ ਇਸ ਤਰ੍ਹਾਂ ਵਿਚਾਰਦੇ ਹਾਂ ਤਾਂ ਪੁਰਾਤਨ ਸਿੱਖਾਂ ਦੇ ਜੀਵਨ ਦੇ ਨਵੇਂ ਅਰਥ ਮਿਲਦੇ ਹਨ। ਸਾਨੂੰ ਕੁਝ ਸਮਝ ਆਉਂਦੀ ਹੈ। ਇਸੇ ਕਾਰਨ ਉਹਨਾਂ ਵਿੱਚ ਇਤਨੀ ਦ੍ਰਿੜ ਨਿਸ਼ਚੈ ਸੀ, ਇਤਨਾ ਪ੍ਰੇਮ ਸੀ ਕਿ ਟ੍ਰਾਂਸੈਂਡ ਕਰ ਗਏ। ਸਰੀਰ ਦਾ ਵੀ ਫਿਕਰ ਨਹੀਂ ਸੀ। ਇੱਕ ਤਰ੍ਹਾਂ ਦਾ ਚਮਤਕਾਰ ਹੋਇਆ ਹੈ, ਹੁਣ ਵੀ ਹੁੰਦਾ ਹੈ। ਜ਼ਰੂਰ ਉਹੋ ਜਿਹੇ ਸਿੱਖ ਹੁਣ ਵੀ ਹਨ, ਸਾਨੂੰ ਸ਼ਾਇਦ ਨਹੀਂ ਦਿਖਦੇ ਹਨ, ਜਾਂ ਉਹ ਅੱਖਾਂ ਲੈ ਕੇ ਅਸੀਂ ਨਿਕਲਦੇ ਵੀ ਨਹੀਂ ਹਾਂ। ਅੱਜ ਥੋੜੀ ਜਿਹੀ ਮਸਤਾਨੀ ਮਾਈਕ ਦੀ ਵੀ ਮੇਰੀ ਅਵਸਥਾ ਰਹੀ, ਔਰ ਸ਼ਾਇਦ ਮੈਂ ਗਲਤੀਆਂ ਵੀ ਜ਼ਿਆਦਾ ਹੀ ਕਰ ਗਿਆ। ਅੱਜ ਆਪ ਮੈਨੂੰ ਬਖਸ਼ ਦੇਣਾ। ਵਿਚਾਰ ਵਿੱਚ ਜੋ ਸੁਧਾਰ ਆਪ ਕਰੋ ਸਰ ਮੱਥੇ। ਕੁਝ ਆਪ ਕਹਿਣਾ ਚਾਹੋ, ਪੁੱਛਣਾ ਚਾਹੋ, ਜੀ ਆਇਆਂ ਨੂੰ। ਅੱਜ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ। ਬਹੁਤ ਬਹੁਤ ਸੁਨੇਹ ਰੂਪ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।